ਮਾਨਯੋਗ ਰਾਜਵਿੰਦਰ ਜੀ, ਸਵਾਗਤ ਹੈ ਤੁਹਾਡਾ। ਤੁਸੀਂ ਜਿਹੜਾ ਪਹਿਲਾ ਇੱਕ ਟੌਪਿਕ ਕੀਤਾ ਸੀ ਅਨਇੰਪਲੋਇਮੈਂਟ, ਉਹ ਕਾਫੀ ਸਕਸੈਸਫੁਲ ਰਿਹਾ ਤੇ ਉਹਦਾ ਕਿਤੇ ਨਾ ਕਿਤੇ ਤੁਸੀਂ ਕਾਰਨ ਪਾਵਰਟੀ ਵੀ ਦੱਸਿਆ ਸੀ ਤੇ ਉਹਦੇ ਨਾਲ ਕਿਸ ਤਰ੍ਹਾਂ ਇੱਕ ਕੋਰਿਲੇਸ਼ਨ ਹੋਇਆ, ਤਾਂ ਤੁਸੀਂ ਅੱਜ ਆਹ ਟੌਪਿਕ ਲੈ ਕੇ ਆਏ ਜੇ। ਸਵਾਗਤ ਹੈ ਰਾਜਵਿੰਦਰ ਜੀ। ਥੈਂਕ ਯੂ ਸਰ, ਥੈਂਕ ਯੂ ਅੰਮ੍ਰਿਤਪਾਲ ਜੀ। ਤੁਸੀਂ ਅੱਜ ਫਿਰ ਅਸੀਂ ਮੌਕਾ ਦਿੱਤਾ ਔਰ ਅੱਜ ਅਸੀਂ ਫਿਰ ਇਕੱਠੇ ਹੋਏ ਹਾਂ। ਬੜੇ ਜਵਲੰਤ ਟੌਪਿਕ ਨੇ ਸਾਡੀ ਇਕੋਨਮੀ ਦੇ। ਇਹਨੂੰ ਪਾਵਰਟੀ ਨੂੰ ਕਹੀਏ, ਇਕੱਲਾ ਇੰਡੀਆ ਦੀ ਪਾਵਰਟੀ ਦਾ ਪ੍ਰੋਬਲਮ ਨਹੀਂ ਹੈ, ਸਾਰੇ ਵਿਸ਼ਵ ਦੇ ਜਿੰਨੇ ਵੀ ਕੰਟਰੀ ਨੇ, ਹਰ ਕੰਟਰੀ ਦੇ ਵਿੱਚ ਇਹ ਪਾਵਰਟੀ ਔਰ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈਗੀ ਹੈ ਜੀ। ਭਾਵੇਂ ਉਹ ਡਿਵੈਲਪਿੰਗ ਕੰਟਰੀ ਨੇ, ਭਾਵੇਂ ਉਹ ਡਿਵੈਲਪਡ ਕੰਟਰੀ ਨੇ ਜਾਂ ਅੰਡਰ ਡਿਵੈਲਪ ਕੰਟਰੀਜ਼ ਨੇ, ਤਿੰਨੋਂ ਟਾਈਪ ਦੀ ਕੰਟਰੀਜ਼ ਦੇ ਵਿੱਚ ਜਿਹੜੇ ਨੇ ਇਹ ਪ੍ਰੋਬਲਮ ਹੈਗੀ ਹੈ। ਅੱਜ ਦੀ ਡੇਟ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਗਰੀਬੀ ਹੈਗੀ ਹੈ। ਹਾਂ, ਕਈ ਵਾਰ ਲੋਕ ਸੋਚਦੇ ਨੇ, ਡਾਟਾ ਆ ਰਿਹਾ ਸਾਡੇ ਕੋਲ, ਕਈ ਵਾਰ ਕਹਿੰਦੇ ਕਿ ਅਮਰੀਕਾ ਬਹੁਤ ਅਮੀਰ ਹੈ, ਤੁਹਾਨੂੰ ਗਰੀਬ ਨਹੀਂ। ਪਰ ਅੱਜ ਦੀ ਡੇਟ ਤੇ ਮੈਨੂੰ ਰੀਸੈਂਟਲੀ ਮੇਰੇ ਕੁਝ ਸੋਰਸਿਸ ਤੋਂ ਪਤਾ ਲੱਗਾ ਕਿ ਉੱਥੇ ਵੀ ਬਹੁਤ ਬੁਰੇ ਹਾਲ ਨੇ। ਸੋ ਇਹ ਪਾਵਰਟੀ ਦਾ ਟੌਪਿਕ ਸਾਡਾ +2 ਦਾ ਟੌਪਿਕ ਹੈ। अच्छा, और बहुत इंपॉर्टेंट टॉपिक है, बड़ा सिंपल है, जर्नल टॉपिक है, बच्चा अपने लेवल दे उत्ते खुद ही लिख सकता है। और एक क्वेश्चन इस स्लाइड ਨੂੰ ਬਣਾਇਆ ਗਿਆ ਕਿ क्वेश्चन ਨੂੰ ਹੀ ਇੱਕ ਰਿਪਰੈਜ਼ੈਂਟ ਕਰਦੀ ਪਈ ਹੈ ਇੱਕ ਸਲਾਈਡ ਜੀ। ਸਭ ਤੋਂ ਪਹਿਲਾਂ ਆਪਾਂ ਫਿਰ ਆ ਜਾਈਏ ਮੀਨਿੰਗ ਆਫ ਪਾਵਰਟੀ, ਕਿਉਂਕਿ ਬੱਚੇ ਨੂੰ ਨਾ ਜਦੋਂ ਮੈਂ ਕੁਐਸਚਨ ਕਰਾਉਣਾ ਹੁੰਦਾ, ਮੈਂ ਕਹਿੰਦਾ ਹੁੰਦਾ ਕਿ ਭਈ ਜਦੋਂ ਸਾਨੂੰ ਲੈਸਨ ਦਾ ਨਾਂ ਪਤਾ ਲੱਗ ਗਿਆ ਨਾ, ਸਭ ਤੋਂ ਪਹਿਲਾਂ ਉਹਨੂੰ ਡਿਫਾਈਨ ਜ਼ਰੂਰ ਆਪਾਂ ਕਰਨਾ ਸਮਝੀਏ। ਬਿਲਕੁਲ ਠੀਕ, ਬਿਲਕੁਲ ਜੀ ਸਰ ਜੀ। ਦੇਖੋ बड़ा क्लियर कट इत्थे लिखिया आदमी दी बेसिक जरूरतां की ने, रोटी कपड़ा और मकान। एक फिल्म भी आई थी जी, रोटी कपड़ा और मकान, पर ਉਹਦੇ ਨਾਲ ਅੱਜ ਅਸੀਂ ਜੋੜਦੇ ਹਾਂ ਸਿੱਖਿਆ ਤੇ ਸਿਹਤ। ਸਿੱਖਿਆ ਤੇ ਸਿਹਤ ਅੱਜ ਉਹ ਜ਼ਰੂਰਤ ਹੈ। ਇਹ ਜਿਹੜੀਆਂ 5 ਚੀਜ਼ਾਂ ਨੇ ਆਦਮੀ ਦੀ ਬੇਸਿਕ ਜ਼ਰੂਰਤ ਨੇ, ਔਰ ਇਹੀ ਇਹਦੀ ਡੈਫੀਨੇਸ਼ਨ ਦੇ ਸ਼ਾਮਿਲ ਨੇ। ਸਾਡੇ ਜਿਹੜੇ ਨੋਬਲ ਪ੍ਰਾਈਜ਼ ਲਾਰੈਂਟ ਨੇ ਅਮਰਤਿਆ ਸੇਨ, ਉਹਨਾਂ ਦੀ ਇੱਕ ਡੈਫੀਨੇਸ਼ਨ ਹੈ ਜੀ ਕਿ ਪਾਵਰਟੀ ਐਜ਼ ਕੰਸਿਸਟਿੰਗ ਆਫ ਦਾ ਡਿਪਰੀਵੇਸ਼ਨ ਆਫ ਦਾ ਕੈਪੇਬਿਲਿਟੀ ਸੋ ਦੈਟ ਦ ਪੂਅਰ ਹੈਵ ਇਨਐਡਿਕੁਏਟ ਰਿਸੋਰਸਿਸ ਟੂ ਪਾਰਟਿਸਿਪੇਟ ਫੁੱਲੀ ਇਨ ਸੋਸਾਇਟੀ। ਇਨ ਸ਼ਾਰਟ ਦੇ ਆਰ ਸੋਸ਼ਲੀ ਐਕਸਕਲੂਡਡ। यानी कि उन्हें कोई नहीं पावर ही नहीं है कि सोशली अपना एक स्टेटस मेनटेन कर सकन, अपना रहन खान दा जड़ा सोर्सिस ਉਹਨਾਂ ਕੋਲ ਹੋਣ। ਇਹਨੂੰ ਪੰਜਾਬੀ ਚ ਕੀ ਡੈਫੀਨੇਸ਼ਨ ਇਹਨੂੰ ਕਲੀਅਰ ਕਰਕੇ ਮੈਂ ਵੇਖ ਰਿਹਾ, ਰੋਟੀ ਕਪੜਾ ਮਕਾਨ, ਉਸ ਤੋਂ ਬਾਅਦ ਤੁਸੀਂ ਜਿਹੜੇ 2 ਵਰਡ ਵੀ ਸਿੱਖਿਆ ਔਰ ਸਿਹਤ ਆਦਿ ਨੂੰ ਜਿਹੜਾ ਪੂਰਾ ਕਰਨ ਦੀ ਅਨਹੋਂਦ ਜਿਹੜੀ ਹੈ, ਫਿਰ ਗਰੀਬ ਹੈ ਆਪਾਂ, ਉਹ ਗਰੀਬ ਹੈ। ਅਗਰ ਨਹੀਂ ਕਰ ਪਾ ਰਹੇ ਤੇ ਜਿਹੜਾ ਬੰਦਾ ਆਪਣੇ ਘਰ ਵਾਸਤੇ ਇਹ ਚੀਜ਼ਾਂ ਬੇਸਿਕ ਜ਼ਰੂਰਤਾਂ ਨਹੀਂ ਪੂਰੀ ਕਰ ਪਾ ਰਿਹਾ, ਉਹ ਗਰੀਬੀ ਦੀ ਕੈਟਾਗਰੀ ਚ ਆ ਰਿਹਾ। ਠੀਕ, ਇਹ ਤੇ ਹੋ ਗਿਆ ਜੀ ਮੀਨਿੰਗ। ਹੁਣ ਇਹਨੂੰ ਕੀ ਆਪਾਂ ਮਾਰਕ ਵੀ ਸੌਂਪਦੇ ਹੈਗੇ ਆ, ਮੈਜ਼ਰਮੈਂਟ ਦਾ ਵੀ ਕੋਈ ਫਾਰਮੂਲਾ? ਬਿਲਕੁਲ ਜੀ, ਬਿਲਕੁਲ। ਹਰ ਕੰਟਰੀ ਜਿਹੜਾ ਹੈ ਆਪਣੇ ਦੇਸ਼ ਦੇ ਰਹਿ ਰਹੇ ਨਾਗਰਿਕਾਂ ਚ ਕਿੰਨੇ % ਨਾਗਰਿਕ ਜਿਹੜੇ ਨੇ ਉਹ ਗਰੀਬ ਨੇ, ਕਿਸ ਤਰ੍ਹਾਂ ਦੀ ਗਰੀਬੀ ਹੈ, ਉਹਨੂੰ ਮਾਪਣ ਦੇ ਅਲੱਗ-ਅਲੱਗ ਪੈਮਾਨੇ ਨੇ ਔਰ ਇਹਦੀ ਪਰਿਭਾਸ਼ਾਵਾਂ ਨੇ। ਜਿਵੇਂ ਸਭ ਤੋਂ ਪਹਿਲੇ ਅਸੀਂ ਰਿਲੇਟਿਵ ਪਾਵਰਟੀ ਦੀ ਗੱਲ ਕੀਤੀ ਹੈ। ਰਿਲੇਟਿਵ ਪਾਵਰਟੀ ਯਾਨੀ ਸਾਕੇਬ ਗਰੀਬੀ। ਸਾਕੇਬ ਗਰੀਬੀ ਹੈ ਕੀ? ਯਾਨੀ ਕਿ ਸਾਕੇਬ ਗਰੀਬੀ ਹੈ ਤੁਲਨਾਤਮਕ ਗਰੀਬੀ, ਜੋ ਵੱਖ-ਵੱਖ ਦੇਸ਼ਾਂ, ਖੇਤਰਾਂ ਜਾਂ ਵਰਗਾਂ ਦੀ ਤੁਲਨਾ ਕੀਤੀ ਜਾਂਦੀ ਹੈ, ਉਹਨੂੰ ਅਸੀਂ ਸਾਪੇਖ ਗਰੀਬੀ ਕਹਿੰਦੇ ਹਾਂ। ਔਰ ਇੱਕ ਛੋਟਾ ਕੁਐਸਚਨ ਇੱਕ ਨੰਬਰ ਦਾ ਤਿਆਰ ਹੋ ਗਿਆ ਬੱਚੇ ਵਾਸਤੇ, ਸਾਪੇਖ ਗਰੀਬੀ ਕੀ ਹੈ, ਔਰ ਇਹਦੇ ਨਾਲ ਅੱਗੇ ਆ ਗਿਆ ਨਿਰਪੇਖ ਗਰੀਬੀ ਕੀ ਹੈ। ਨਿਰਪੇਖ ਗਰੀਬੀ ਜਿਵੇਂ ਭਾਰਤ ਰੇਖਾ ਤੇ ਅਸੀਂ ਗਰੀਬੀ ਰੇਖਾ ਦੇ ਨਾਲ ਮਾਪਦੇ ਹਾਂ, ਪਾਵਰਟੀ ਲਾਈਨ ਦੇ ਨਾਲ ਮਾਪਦੇ ਹਾਂ। ਗਰੀਬੀ ਰੇਖਾ ਦਾ ਅਰਥ ਹੈ ਕਿ ਨਿਊਨਤਮ ਲੋੜਾਂ ਦੀ ਪੂਰਤੀ ਲਈ ਪ੍ਰਤੀ ਮਹੀਨਾ ਔਸਤ ਖਰਚ ਦੀ ਰੇਖਾ ਜੋ ਨਿਰਧਾਰਿਤ ਹੁੰਦੀ ਹੈ। ਫॉर एग्जाम्पल ਸਾਡੇ ਦੇਸ਼ ਦੇ ਤੰਦੂਰਕਰ ਕਮੇਟੀ ਜਿਹੜੀ ਹੈ, ਉਹਨੇ 2015-16 ਦੇ ਅਨੁਸਾਰ ਪਿੰਡਾਂ 'ਚ 826 ਰੁਪਏ ਔਰ ਸ਼ਹਿਰਾਂ ਦੇ ਵਿੱਚ 1000 ਰੁਪਏ ਪ੍ਰਤੀ ਮਹੀਨਾ ਖਰਚ ਵਾਲੇ ਵਿਅਕਤੀਆਂ ਨੂੰ ਗਰੀਬੀ ਰੇਖਾ ਤੋਂ ਘੱਟ ਗਰੀਬ ਵਿਅਕਤੀ ਕਿਹਾ ਗਿਆ। ਇਹ ਸਰਕਾਰ ਦੇ ਜਿਹੜੇ ਕਮਿਸ਼ਨ ਸੀਗਾ, ਉਹਨਾਂ ਨੇ ਇਹ ਦਰ ਨਿਰਧਾਰਿਤ ਕੀਤੀ ਹੈ ਕਿ ਜੇ ਬੰਦਾ ਇੰਨੇ ਕੁ ਪੈਸੇ ਇਸ ਤੋਂ ਘੱਟ ਕਮਾ ਰਿਹਾ ਤੇ ਉਹ ਗਰੀਬੀ ਰੇਖਾ ਤੋਂ ਹੇਠਾਂ ਹੈ ਔਰ ਉਹ ਗਰੀਬ ਕਿਹਾ ਜਾ ਸਕਦਾ ਹੈਗਾ। ਠੀਕ ਹੈ ਜੀ। ਇਸ ਤੋਂ ਬਾਅਦ ਕ੍ਰਾਈਟੇਰੀਆ ਕੀ ਹੈਗਾ ਪਾਵਰਟੀ ਦਾ, ਇਹਦੇ ਬਾਰੇ ਦੇਖੋ। ਜਿਸ ਤਰ੍ਹਾਂ ਗਰੀਬੀ ਰੇਖਾ ਦੀ ਗੱਲ ਕੀਤੀ, ਉਸ ਤਰੀਕੇ ਨਾਲ ਅਸੀਂ ਕੈਲੋਰੀਜ਼ ਇਨਟੇਕ ਦੀ ਗੱਲ ਦੇ ਉੱਤੇ ਵੀ ਲੈ ਕੇ ਜਾਂਦੇ ਹਾਂ। ਹੁਣ ਤੰਦੂਰਕਰ ਕਮੇਟੀ ਦੀ ਅਸੀਂ ਗੱਲ ਕਰੀਏ ਤੇ ਉਹ ਤੇ ਕੀ ਕਹਿ ਰਿਹਾ ਕਿ ਐਜ਼ ਪਰ ਤੰਦੂਰਕਰ ਰਿਪੋਰਟ ਪੀਪਲ ਨਾਟ ਏਬਲ ਟੂ ਗੈਟ ਮਿਨੀਮਮ 2400 ਕੈਲੋਰੀਜ਼ ਇਨ ਰੂਰਲ ਏਰੀਆ। ਕੈਲੋਰੀਜ਼ ਮਾਪਿਆ ਜਿਨ੍ਹਾਂ ਨੇ ਕਿ ਜਿਹੜੇ ਪੇਂਡੂ ਖੇਤਰ ਹੈ ਉੱਥੇ 2400 ਕੈਲੋਰੀ ਤੋਂ ਘੱਟ, ਔਰ ਜਿਹੜੇ ਸ਼ਹਿਰੀ ਖੇਤਰ ਹੈ ਜੋ 2100 ਕੈਲੋਰੀ ਤੋਂ ਘੱਟ ਉਹਨਾਂ ਨੂੰ ਮਿਲ ਰਿਹਾ ਹੈ, ਤੇ ਉਹ ਬੰਦੇ ਜਿਹੜੇ ਨੇ ਉਹ ਪਾਵਰਟੀ ਲਾਈਨ ਤੋਂ ਹੇਠਾਂ ਰਹਿ ਰਹੇ ਨੇ। ਔਰ ਇਸੇ ਤਰੀਕੇ ਨਾਲ ਮਿਨੀਮਮ ਕੰਜ਼ੰਪਸ਼ਨ ਐਕਸਪੈਂਡੀਚਰ ਦੀ ਗੱਲ ਕਰੀਏ, ਉਹ ਜਿਵੇਂ ਅਸੀਂ ਪਿੱਛੇ ਐਕਸਪਲੇਨ ਕੀਤਾ 816 ਰੁਪਏ ਤੇ 1000 ਰੁਪਇਆ। ਪਿੰਡਾਂ ਦੇ ਵਿੱਚ 816 ਰੁਪਏ ਤੋਂ ਘੱਟ ਜਾਂ 816 ਜਾਂ
ਸ਼ਹਿਰਾਂ ਦੇ ਵਿੱਚ 1000 ਰੁਪਏ ਜਾਂ 1000 ਰੁਪਏ ਤੋਂ ਘੱਟ ਜਿਹੜੇ ਬੰਦੇ ਕਮਾ ਰਹੇ ਨੇ ਜਾਂ ਸਪੈਂਡ ਕਰ ਰਹੇ ਨੇ, ਉਹ ਜਿਹੜੇ ਨੇ ਬਿਲੋ ਪਾਵਰਟੀ ਲਾਈਨ ਤੋਂ ਥੱਲੇ। ਜੀ ਮੈਂ ਵੇਖ ਰਿਹਾ ਕਿ ਪਿੰਡਾਂ ਵਿੱਚ ਇੱਕ ਥੋੜਾ ਘੱਟ ਮੰਨ ਕੇ ਚੱਲਦਾ ਕਿ ਉਹਨਾਂ ਘੱਟ ਨਾਲ ਵੀ ਗੁਜ਼ਾਰਾ ਹੁੰਦਾ ਆ। ਉਹਦਾ ਕਾਸਟ ਆਫ ਲਿਵਿੰਗ ਪਿੰਡਾਂ 'ਚ ਐਜ਼ ਕੰਪੇਅਰ ਟੂ ਸ਼ਹਿਰ ਘੱਟ ਆ। ਠੀਕ, ਸ਼ਹਿਰ ਦੀ ਕਾਸਟ ਆਫ ਲਿਵਿੰਗ ਜਿਹੜੀ ਹੈ ਉਹ ਜ਼ਿਆਦਾ ਹੈ। ਠੀਕ ਹੈ, ਇਹ ਕਾਰਨ ਇਹਨਾਂ ਨੇ ਕੱਢਿਆ। ਪਾਵਰਟੀ ਲਾਈਨ, ਹੁਣ ਗਰੀਬੀ ਰੇਖਾ, ਕਈ ਵਾਰ ਇਹਦੇ ਬਾਰੇ ਨਾ ਬਹੁਤ ਜ਼ਿਕਰ ਹੁੰਦਾ ਆ, ਬੱਚੇ ਵੀ ਜਦੋਂ ਨਿਊਜ਼ ਸੁਣਦੇ ਹੈਗੇ ਨੇ ਮਗਰ ਉਹ ਸਮਝ ਨਹੀਂ ਪਾਉਂਦੇ ਕਿ ਇਹ ਪਾਵਰਟੀ ਲਾਈਨ ਕਿਹਨੂੰ ਕਿਹਾ ਜਾ ਰਿਹਾ ਹੈਗਾ ਜੀ। ਬਿਲਕੁਲ ਜੀ, ਦੇਖੋ ਬੜੀ ਸਿੰਪਲ ਜੀ ਐਕਸਪਲੇਨ ਇੱਥੇ ਕੀਤਾ ਹੈ ਸੀ ਕਿ ਪਾਵਰਟੀ ਲਾਈਨ ਇਜ਼ ਅ ਕੱਟ ਆਫ ਪੁਆਇੰਟ in term of per capita expenditure which divide people into two category। ਇੱਕ ਲਾਈਨ ਹੈ ਜਿਸ ਤੋਂ ਪੂਅਰ ਅਤੇ ਨਾਨ ਪੂਅਰ ਨੂੰ ਉਹਨਾਂ ਨੂੰ ਆਪਸ ਦੇ ਵਿੱਚ ਵੰਡਦੀ ਹੈ। ਉਹੀ ਤੰਦੂਲਕਰ ਕਮੇਟੀ ਜਿਹੜੀ 2015-16 ਚ ਸਾਡੇ ਸਰਕਾਰ ਦੁਆਰਾ ਬਣਾਈ ਗਈ ਸੀ, ਔਰ ਉਹਦੀ ਰਿਪੋਰਟ ਮੁਤਾਬਕ ਫਿਰ ਵੀ ਡਾਟਾ ਹੈ ਸਾਡੇ ਕੋਲ ਕਿ ਸ਼ਹਿਰਾਂ ਦੇ ਵਿੱਚ 1000 ਰੁਪਏ ਔਰ ਪਿੰਡਾਂ ਦੇ ਵਿੱਚ 816 ਰੁਪਏ ਤੋਂ ਥੱਲੇ ਕਮਾਉਣ ਵਾਲੇ ਬੰਦੇ ਜਿਹੜੇ ਨੇ ਉਹ ਪਾਵਰਟੀ ਲਾਈਨ ਤੋਂ ਬਿਲੋ ਪਾਵਰਟੀ ਲਾਈਨ। और देखो सब तो इंपॉर्टेंट चीज आज की डेट से डाटा एक छोटा सामने आ रहा है, एज पर एस्टिमेट एवरी 4th पर्सन इन इंडिया इज पुअर। ਇਹ ਗਰੀਬੀ ਦੇ ਇਹ ਥੋੜਾ ਪਿਛਲਾ ਡਾਟਾ ਹੈ, ਲੇਕਿਨ ਥੋੜਾ ਅੱਜ ਗੱਲ ਕਰੀਏ ਤੇ ਅੱਜ ਸਾਡੀ ਭਾਰਤ ਸਰਕਾਰ ਲਗਭਗ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਦੇ ਰਹੀ ਹੈ। इट मीन जे साड़ी 140 करोड़ जनसंख्या है और जो 80 करोड़ बंदियां नू सानू राशन देना पै रहा है ते मोर देन 50% जे समझ लो 55-60% दूसरा बंदा हो गया जी, लगदा हर दूसरा बंदा जेड़ा है वो गरीब है, गरीबी रेखा दे हेठा ਜੀ। ਇਸ ਚੀਜ਼ ਨੂੰ ਆਪਾਂ ਸਮਝਿਆ। ਹੁਣ ਜਿਹੜਾ ਟ੍ਰੈਂਡ ਚੱਲਦਾ ਰਿਹਾ ਪਾਵਰਟੀ ਦਾ, ਇਹਨੂੰ ਆਪਾਂ 1900 ਤੋਂ 60 ਤੋਂ ਸਾਨੂੰ 12 ਤੱਕ ਦੱਸਣਾ ਚਾਹੁੰਦੇ ਜੀ। ਹਾਂਜੀ ਬਿਲਕੁਲ ਬਿਲਕੁਲ। ਦੇਖੋ ਹੁਣ ਇਹ ਇੱਕ ਜਿਹੜਾ ਟੇਬਲ ਸਾਡੇ ਸਾਹਮਣੇ ਬਣ ਕੇ ਆਇਆ ਹੈ, ਟੇਬਲ ਵਾਸਤੇ ਦੇਖੋ ਇੱਕ ਟੇਬਲ ਜਿਹੜਾ ਨਾ ਹਜ਼ਾਰਾਂ ਸ਼ਬਦਾਂ ਨੂੰ ਕਹਿ ਜਾਂਦਾ ਜੀ ਜੀ। 1000 ਸ਼ਬਦ ਉਹ ਗੱਲ ਨਹੀਂ ਕਹਿ ਪਾਉਂਦੇ ਜਿਹੜਾ ਇੱਕ ਟੇਬਲ ਐਕਸਪਲੇਨ ਕਰ ਰਿਹਾ ਹੈ। 1960 ਦੇ ਵਿੱਚ ਨੰਬਰ ਆਫ ਪੂਅਰ ਜਿਹੜੇ ਪੀਪਲ ਸੀਗੇ ਉਹ 17.2 ਕਰੋੜ ਸਨ, ਔਰ ਪਰਸੈਂਟੇਜ ਆਫ ਪੂਅਰ ਪੀਪਲ ਜਿਹੜਾ ਟੋਟਲ ਪੋਪੂਲੇਸ਼ਨ ਦਾ ਉਹ 34.2 ਸਨ। ਇਸ ਤਰ੍ਹਾਂ ਵੱਧਦੇ ਦੇਖੋ ਜੇ ਅਸੀਂ 2004-5 ਦੀ ਗੱਲ ਕਰੀਏ ਤੇ ਉਹ 40.72 लगातार ਵਧਿਆ ਹੈ। ਔਰ ਕੁੱਲ ਪੋਪੂਲੇਸ਼ਨ ਦਾ ਦੇਖਿਆ ਜਾਵੇ ਤਾਂ 27.5 ਉਦੋਂ ਕਿੱਥੇ ਘਟਿਆ, लगभग फर्क पे है, लेकिन पॉपुलेशन साडे देश दी बहुत स्पीड दे नाल वधी है और एक कारण भी है गरीबी दा। ਤਾਂ ਹੀ ਵੇਖਣਾ ਪੈਣਾ बिल्कुल दोनों एस्पेक्ट ਜਿਹੜੇ ਤੁਹਾਨੂੰ ਕਲੀਅਰ ਹੋਣ। ਔਰ 2011-12 ਦੇ ਵਿੱਚ ਸਾਡੇ ਕੋਲ 26.9 ਜਿਹੜੇ 9-8 ਪਰ ਜਿਹੜਾ ਕਰੋੜ ਜਿਹੜੇ ਲੋਕ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ, ਗਰੀਬ ਹਨ। 2011-12 ਦਾ ਆંકੜਾ ਦੇ ਰਹੇ ਹਾਂ ਸਾਡੇ ਕੋਲ ਜੋ ਅਵੇਲੇਬਲ ਹੈ। ਤਾਂ ਕਲੀਅਰ ਹੋ ਰਿਹਾ ਕਿ 86 ਤੋਂ ਬਾਅਦ ਕਾਫੀ ਹੱਦ ਤੱਕ ਕੋਸ਼ਿਸ਼ ਜ਼ਰੂਰ ਹੋਈ ਹੈ ਕਿ ਗਰੀਬੀ ਘਟੇ। ਬਿਲਕੁਲ ਜੀ, ਸਰਕਾਰਾਂ ਦੁਆਰਾ ਬਹੁਤ ਸਾਰੇ ਐਸੇ ਪ੍ਰੋਗਰਾਮ ਚਲਾਏ ਗਏ ਨੇ ਜਿਹੜੇ ਕਿ ਗਰੀਬੀ ਘਟਾਉਣ ਦੇ ਵਾਸਤੇ। ਇਹਦਾ ਅਸੀਂ ਲਾਸਟ ਦੇ ਵਿੱਚ ਜ਼ਰੂਰ ਕਰਾਂਗੇ, ਉਹ ਪ੍ਰੋਗਰਾਮ ਸਾਡੇ ਕੋਲ ਹੈਗੇ ਨੇ, ਉਹ ਦੇਖਾਂਗੇ। ਠੀਕ ਹੈ। ਹੁਣ ਇਸ ਤੋਂ ਬਾਅਦ ਜਿਹੜੀ ਟੋਟਲ ਪੋਪੂਲੇਸ਼ਨ ਦੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਉਹ ਕਿੰਨੀ ਪੂਅਰ ਹੈਗੀ, ਉਹ ਵੀ ਸਾਨੂੰ ਮਾਪ ਇਸ ਤਰ੍ਹਾਂ ਨਜ਼ਰ ਆ ਰਿਹਾ। ਹੁਣ ਇਹ ਦੇਖੋ, ਇਹ ਬੱਚਾ ਜੇ ਇਸ ਜਿਹੜਾ ਚਾਰਟ ਨੂੰ ਬੜੇ ਆਸਾਨੀ ਨਾਲ ਪੜ੍ਹ ਲਏ ਕਿ 1961 ਦੇ ਵਿੱਚ ਕੁੱਲ ਪੋਪੂਲੇਸ਼ਨ ਦਾ 34.2% ਲੋਕ ਗਰੀਬੀ ਰੇਖਾ ਤੋਂ ਹੇਠਾਂ ਸਨ, यानी कि वो गरीब सन। और इस तरह देखिए ट्रेंड लाइन भी साडे को नजर आ रही है, 34.2 तो 46.7 फिर 45.1 देखो 55 तक मैक्सिमम गई आ, फिर शायद कोशिश हुई आ ते 86 तक वो फिर आके थल्ले 34.1 आ गई। और 11-12 ਦੇ ਵਿੱਚ ਇਹ ਜਿਹੜੇ ਗਰੀਬੀ ਸੀਗੀ ਸਾਡੇ ਕੋਲ ਕੁੱਲ ਪੋਪੂਲੇਸ਼ਨ ਦਾ 21.9% ਸਾਡੇ ਕੋਲ ਸਾਹਮਣੇ ਆ ਰਿਹਾ। ਠੀਕ ਹੈ, ਇਹ ਡਾਇਗਰਾਮ ਕਾਫੀ ਹੱਦ ਤੱਕ ਵੇਖੋ ਨਾ, ਵਾਕਈ ਜਿਹੜੇ ਡਾਇਗਰਾਮ ਨੇ ਇਹ ਜ਼ਿਆਦਾ ਕਲੀਅਰ ਕਰਦੇ ਆ। ਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਬੱਚਿਆਂ ਨੂੰ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਡਾਇਗਰਾਮ ਬਣਾਉਣ ਦੀ ਇੱਕ ਆਦਤ ਕੁਐਸਚਨ ਵਿੱਚ ਵੀ ਬਣਾਉਣੇ ਨੇ, ਜਦੋਂ ਆਪਾਂ ਕਲਾਸ 'ਚ ਪੜ੍ਹ ਰਹੇ ਹੈਗੇ ਉਦੋਂ ਹੀ ਕਲਾਸ 'ਚ ਜ਼ਰੂਰ ਬਣਾਇਆ ਕਰੀਏ। ਅਗਰ ਇਸ ਤਰ੍ਹਾਂ ਦੇ ਡਾਇਗਰਾਮ ਅਸੀਂ ਬਣਾਏ ਹੋਣ ਬੜਾ ਕੁਝ ਸਿੱਖਣ ਨੂੰ ਇਤੋਂ ਮਿਲਦਾ। ਯਾਨੀ ਰੱਟਾ ਲਗਾਉਣ ਦੀ ਲੋੜ ਨਹੀਂ ਬੱਚੇ ਨੂੰ ਯਾਦ ਕਰਨ ਦੀ ਲੋੜ ਨਹੀਂ, ਜਿਹਨੂੰ ਡਾਇਗਰਾਮ ਪਤਾ ਹੈ ਉਹ ਇਹ ਡਾਟੇ ਦੇ ਉੱਤੇ ਸਭ ਕੁਝ ਐਕਸਪਲੇਨ ਕਰਨਾ ਸ਼ੁਰੂ ਕਰ ਦੇਗਾ। ਉਸੇ ਚਾਰਟ ਤੋਂ ਮੈਨੂੰ ਲੱਗਦਾ ਸਾਰਾ ਕੁਝ ਨਿਕਲ ਆ ਰਿਹਾ। ਬਿਲਕੁਲ ਉਸੇ ਚਾਰਟ ਤੋਂ ਅੱਗੇ ਬਣਾਇਆ ਗਿਆ कि नंबर ऑफ पुअर पीपल इन इंडिया इन करोड़। और देखो ये डाटा जेड़ा है कोई आम नहीं है, इकोनॉमिक सर्वे जेड़ा 2013-14 ਦਾ ਉਹਦਾ ਪਲੈਨਿੰਗ ਕਮਿਸ਼ਨ ਦਾ ਸਰਵੇ ਦਾ ਡਾਟਾ ਹੈ, ਆਥੈਂਟਿਕ ਡਾਟਾ ਹੈ, ਸਰਕਾਰੀ ਡਾਟਾ ਜਿਹਨੂੰ ਅਸੀਂ ਕਹਿੰਦੇ ਆ, ਉਹ ਡਾਟਾ ਹੈ। 1960 ਦੇ ਵਿੱਚ ਨੰਬਰ ਆਫ ਪੁਅਰ ਪੀਪਲ ਜਿਹੜੇ ਕਰੋੜ ਦੇ ਵਿੱਚ ਗਿਣਤੀ ਹੈ ਉਹ 17.21 ਹੈ। ਇਸ ਤਰ੍ਹਾਂ ਵੱਧਦੇ ਦੇਖੋ 1999 2000 ਚ 26.1 ਹੈ,
ਔਰ 2011-12 ਦੀ ਗੱਲ ਕਰੀਏ ਤੇ 26.98 ਹੈ। ਇਹ ਸਾਡੇ ਕੋਲ ਡਾਟਾ ਜਿਹੜਾ ਸਾਹਮਣਾ ਕਿ ਕਿੰਨੇ ਲੋਕ, ਕਿੰਨੇ ਕਰੋੜ ਲੋਕ ਜਿਹੜੇ ਅੱਜ ਦੀ ਡੇਟ 'ਚ 11-12 ਤੱਕ ਸਾਡੇ ਕੋਲ ਗਰੀਬ ਸਨ। ਜਿਵੇਂ ਉਹ ਪਹਿਲੇ ਗੱਲ ਕੀਤੀ ਹੈ, ਅੱਜ ਦੀ ਡੇਟ 'ਚ ਕਿਉਂਕਿ ਕਰੋਨਾ ਕਰਕੇ ਜਾਂ ਯੂਕਰੇਨ ਵਾਰ ਕਰਕੇ ਜਾਂ ਹੋਰ ਕਈ ਕਾਰਨਾਂ ਕਰਕੇ ਦੇਸ਼ 'ਚ ਅਨਇੰਪਲੋਇਮੈਂਟ ਵੀ ਵਧੀ ਹੈ, ਗਰੀਬੀ ਵੀ ਵਧੀ ਹੈ, ਜਿਸ ਕਰਕੇ ਸਰਕਾਰ ਨੇ ਕਈ ਪ੍ਰੋਗਰਾਮ ਚਲਾਏ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਕਰਾਂਗੇ। ਅੱਜ ਲਗਭਗ ਜਿਵੇਂ 80 ਕਰੋੜ ਦੇ ਕਰੀਬ ਲੋਕ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ। ਇਟ ਮੀਨ ਅੱਜ ਦੇ ਹਿਸਾਬ ਲਗਾਈਏ ਤੇ ਸਾਡੇ ਕੋਲ ਲਗਭਗ 55% ਲੋਕ ਜਿਹੜੇ ਨੇ ਉਹ ਗਰੀਬੀ ਰੇਖਾ। ਪਰ ਮੈਨੂੰ ਲੱਗਦਾ ਜਦੋਂ ਪਲੈਨਿੰਗ ਕਮਿਸ਼ਨ ਦਾ ਡਾਟਾ ਆਏਗਾ ਨਾ, ਉਦੋਂ ਸਾਨੂੰ ਵੇਖਣਾ ਪਏਗਾ ਕਿ ਕਿਸ ਤਰ੍ਹਾਂ ਰੂਪ ਰੇਖਾ ਚੋਂ ਕੱਢਦੇ, ਕਿਉਂਕਿ ਉਹਨਾਂ ਦੀ ਟੈਕਨੋਲੋਜੀ ਜਦੋਂ ਨਿਕਲ ਕੇ ਆਏਗਾ ਨਾ, ਉਹ ਸ਼ਾਇਦ ਫਿਰ ਉਹ ਜਿਹੜੇ ਗਰੀਬ 80 ਕਰੋੜ ਆਪਾਂ ਕਹਿ ਰਹੇ ਆ, ਉਹ ਕਿਸ ਤਰ੍ਹਾਂ ਵਾਈਫਰਕੇਟ ਕਰਦੇ ਹੈਗੇ ਆ, ਪਤਾ ਲੱਗੇਗਾ ਜੀ। ਇਹ ਆંકੜਿਆਂ ਦਾ ਖੇਲ ਹੈ ਜੀ, ਆંકੜੇ ਬਹੁਤ ਕੁਝ ਦੱਸਦੇ ਨੇ। ਹਾਂ ਠੀਕ ਹੈ। ਹੁਣ ਇੱਥੇ ਦੇਖੋ ਉਹੀ ਚੀਜ਼ ਹੈ ਕਿ ਪਰਸੈਂਟ ਆਫ ਪੀਪਲ ਬਿਲੋ ਪਾਵਰਟੀ ਲਾਈਨ ਇੰਡੀਆ, ਪਾਵਰਟੀ ਲਾਈਨ ਤੋਂ ਥੱਲੇ ਕਿੰਨੇ ਪੀਪਲ ਰੂਰਲ ਏਰੀਆ ਔਰ ਅਰਬਨ ਏਰੀਆ ਦਾ, ਇੱਥੇ ਹੁਣ ਬਾਈਫਰਕੇਟ ਕਰ ਦਿੱਤਾ। ਇਹ ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਕੁਐਸਚਨ ਪੂਰੇ ਇੰਪੋਰਟੈਂਟ ਨੇ। ਪੇਂਡੂ ਖੇਤਰ 'ਚ ਕਿੰਨੀ ਗਰੀਬੀ ਰੇਖਾ ਹੈ ਜਾਂ ਜਿਹੜਾ ਸ਼ਹਿਰੀ ਖੇਤਰ 'ਚ ਕਿੰਨੀ ਹੈ, ਕੁੱਲ ਕਿੰਨੀ ਹੈ, ਅਸੀਂ ਇਹ ਜੇ ਡਾਟੇ ਜਿਹੜੇ ਕੋ ਸਾਡੇ ਕੋਲ ਚਾਰਟ ਰੂਪ ਵਿੱਚ ਸਾਹਮਣੇ ਨੇ। ਹੁਣ 1973-74 ਦੀ ਗੱਲ ਕਰੀਏ ਤੇ ਰੂਰਲ ਏਰੀਆ ਤੇ ਜਿਹੜੇ ਲੋਕੀ ਗਰੀਬੀ ਰੇਖਾ ਥੱਲੇ ਤੱਕ 50.4 ਸਨ ਔਰ ਸ਼ਹਿਰੀ ਖੇਤਰ 'ਚ 49 ਸਨ, ਯਾਨੀ 7% ਦਾ ਫਰਕ ਹੈ, 7.5% ਦਾ। ਐਸੇ ਤਰੀਕੇ 2011-12 ਤੇ ਆਈਏ ਉਦੋਂ ਰੂਰਲ ਏਰੀਆ 25.7 ਹੈ ਔਰ ਸ਼ਹਿਰੀ ਖੇਤਰ 'ਚ ਜਿਹੜਾ 13.7 ਹੈ। ਅੱਛਾ, ਆਖਰੀ 'ਚ ਕਿੰਨਾ ਫਰਕ ਆ ਰਿਹਾ ਜੇ ਵੇਖਿਓ। ਮੈਂ ਤੁਹਾਨੂੰ ਡਬਲ ਹੀ ਕਵਾਂਗਾ ਕਿ ਕਿੰਨਾ, ਇਸ ਕਰਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸ਼ਹਿਰੀਕਰਨ ਵੀ ਬਹੁਤ ਹੋਇਆ ਕਿ ਬਹੁਤ ਲੋਕਾਂ ਨੇ ਸੋਚਿਆ ਕਿ ਪਿੰਡ 'ਚੋਂ ਚੱਲ ਕੇ ਆਪਾਂ ਸ਼ਹਿਰਾਂ ਵਿੱਚ ਭਾਵੇਂ ਮਜ਼ਦੂਰੀ ਕਰੀਏ ਮਗਰ ਆਪਾਂ ਉੱਥੇ ਪਹੁੰਚੀਏ। ਦੇਖੋ ਬਿਲਕੁਲ ਆਜ਼ਾਦੀ ਤੋਂ ਬਾਅਦ ਪਹਿਲੇ ਕਿਉਂਕਿ ਮੈਕਸਿਮਮ ਲੋਕ ਤਾਂ ਪਿੰਡਾਂ 'ਚ ਰਹਿੰਦੇ, ਲੇਕਿਨ ਜਿਉਂ ਇੰਡਸਟਰੀ ਦਾ ਜਿਹੜਾ ਇੰਡਸਟਰੀਲਾਈਜੇਸ਼ਨ ਹੋਈ ਉਹਨਾਂ ਅਰਬਨਾਈਜੇਸ਼ਨ ਵੀ ਬਹੁਤ ਜ਼ਿਆਦਾ ਵਧੀ ਹੈਗੀ ਆ। ਉਹ ਅਰਬਨਾਈਜੇਸ਼ਨ ਦੇ ਨਾਲ ਲੋਕੀ ਕੰਮ ਕਰਨ ਦੇ ਲਈ ਸ਼ਹਿਰਾਂ ਵਿੱਚ ਆਏ, ਸ਼ਹਿਰ ਦੇ ਵਿੱਚ ਕਈ ਫੈਕਟਰੀਆਂ ਲੱਗੀਆਂ, ਕੰਮ ਧੰਦੇ ਸ਼ੁਰੂ, ਉਹਨਾਂ 'ਚ ਬੇਰੁਜ਼ਗਾਰੀ ਵੀ ਘਟੀ, ਨੋ ਡਾਊਟ ਉਹਨਾਂ ਦੀ ਗਰੀਬੀ ਵੀ ਘਟੀ, ਉਹਨਾਂ ਦਾ ਰਹਿਣ ਸਹਿਣ ਦਾ ਪੱਧਰ ਉੱਚਾ ਹੋਇਆ। ਇਹ ਚੀਜ਼ਾਂ ਬੱਚਾ ਵੀ ਆਪਣੀ ਕੁਐਸਚਨ 'ਚ ਵੀ ਲਿਖ ਸਕਦਾ ਹੈ ਜੀ ਔਰ ਇਸ ਚੀਜ਼ ਨਾਲ ਪਰ ਇਹ ਡਾਟਾ ਇੰਨੀ ਡਿਟੇਲ 'ਚ ਕਿਸੇ ਨੂੰ ਪਤਾ ਹੋਵੇ ਨਾ ਤੇ ਮੈਨੂੰ ਲੱਗਦਾ ਉਹ ਵਿਦਿਆਰਥੀ ਬਹੁਤ ਸਕਸੈਸਫੁਲ ਹੋ ਸਕਦਾ। ਤੇ ਖਾਸ ਕਰਕੇ ਜਿਹੜਾ ਇਕਨੋਮਿਕਸ ਦਾ ਵਿਦਿਆਰਥੀ ਹੈਗਾ ਆ, ਅਗਰ ਉਹ ਇਸ ਤਰ੍ਹਾਂ ਦੇ ਡਾਟਾ ਨੂੰ ਅਗਰ ਸਮਝਣਾ ਚਾਹਵੇ ਤੇ ਬਹੁਤ ਆਸਾਨੀ ਦੇ ਨਾਲ ਫਿਰ ਉਹ ਆਪਣੇ ਐਗਜ਼ਾਮ ਨੂੰ ਵੀ ਕਲੀਅਰ ਕਰ ਸਕਦਾ। ਜਦੋਂ ਇੰਟਰਵਿਊ ਆਏਗਾ ਉਦੋਂ ਉਹਨੂੰ ਇੱਕ ਰੂਪ ਰੇਖਾ ਪਤਾ ਹੋਵੇ ਕਿ ਵੀ 73-74 ਚ ਕੀ ਸੀ, 11-12 ਚ ਕੀ ਫਰਕ ਆਇਆ ਹੈਗਾ, ਸ਼ਹਿਰੀਕਰਨ ਦੇ ਵਧਣ ਦੇ ਕੀ ਕਾਰਨ ਨੇ, ਪੇਂਡੂ ਇਲਾਕਿਆਂ ਵਿੱਚ ਕੀ ਮੁਸ਼ਕਲਾਂ ਆ ਰਹੀਆਂ ਹੈਗੀਆਂ ਨੇ, ਤੇ ਕਿੰਨਾ ਵਧੀਆ ਉਹ ਮਤਲਬ ਸਿਰਫ ਪੜ੍ਹਾਈ ਦੀ ਨਹੀਂ ਗੱਲ, ਕਈ ਵਾਰ ਹੁੰਦਾ ਨਾ ਕਿ ਆਪਾਂ ਜੋ ਪੜ੍ਹ ਰਹੇ ਹੈਗੇ ਉਹ ਰੱਟਦੇ ਹੁੰਦੇ ਆ। ਕਈ ਵਾਰ ਮੈਂ ਕਹਿੰਦਾ ਹੁੰਦਾ ਕਿ ਜੋ ਅਸੀਂ ਪੜ੍ਹ ਰਹੇ ਹੋਈਏ ਸਾਨੂੰ ਬਹੁਤ ਅੰਦਰੋਂ ਪਤਾ ਹੋਣਾ ਚਾਹੀਦਾ ਤਾਂ ਕਿ ਉਹਦਾ ਜਿਹੜਾ ਇਸਤੇਮਾਲ ਹੈਗਾ ਆ ਜਦੋਂ ਅਸੀਂ ਇੰਟਰਵਿਊ ਤੇ ਜਾਈਏ, ਜਦੋਂ ਅਸੀਂ ਗੱਲਬਾਤ ਕਰ ਰਹੀ ਹੋਏ ਉਹਦੇ ਚ ਆਪਾਂ ਕਹਿ ਪਾਈਏ। ਕਈ ਵਾਰ ਬੱਚੇ ਜਦੋਂ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਆ ਨਾ, ਮੈਂ ਬਾਹਰ ਜਾਵਾਂ ਕਿਸੇ ਕੰਮ ਲਈ ਤੇ ਮੈਂ ਹੁੰਦਾ ਨਾ ਕਿ 2 ਮਿੰਟ ਲਈ ਸਾਨੂੰ ਬਾਹਰ ਜਾਣਾ ਪੈਂਦਾ ਹੈ ਕਲਾਸ ਤੋਂ, ਤੇ ਅੰਦਰ ਆ ਮੈਂ ਬੱਚਿਆਂ ਨੂੰ ਨਾ ਟੋਕ ਕੇ ਪੁੱਛਦਾ ਹੁੰਦਾ ਕਿ ਤੁਸੀਂ ਕੀ ਗੱਲ ਕਰ ਰਹੇ ਸੀ। ਫਿਰ ਕਈ ਬੱਚੇ ਦੱਸਦੇ ਨੇ ਕਿ ਹਾਂ ਅਸੀਂ ਟੌਪਿਕ ਤੋਂ ਰਿਲੇਟਡ ਗੱਲ ਕਰ ਰਹੇ ਹਾਂ। ਕਈ ਮਾਮੀਆਂ ਦੇ ਕੰਡੇ ਪੈਂਦੇ, ਫਿਰ ਵੀ ਉਹ ਮੈਂ ਥੋੜਾ ਡਿਸਕਸ ਕਰਦਾ ਹੁੰਦਾ ਕਿ ਤੁਸੀਂ ਜਿਹੜਾ ਕੋਸ਼ਿਸ਼ ਕਰੋਗੇ, ਹੁਣ ਜਿੱਦਾਂ ਡੇਟਾ ਤੁਸੀਂ ਜਿਹੜਾ ਸਮਝਾਤਾ ਆ, ਮੈਨੂੰ ਲੱਗਦਾ ਕਿ ਲਾਈਫ ਟਾਈਮ ਡੇਟਾ ਹੋ ਸਕਦਾ ਹੈਗਾ ਆ ਜੇ ਅਸੀਂ ਇਹਨੂੰ ਸਮਝ ਲਈਏ ਤੇ ਕਿਤੇ ਨਾ ਕਿਤੇ ਦਾ ਇਸਤੇਮਾਲ ਕਰ ਸਕਦੇ। ਬਿਲਕੁਲ ਠੀਕ ਗੱਲ ਹੈ ਅੰਮ੍ਰਿਤ ਜੀ ਤੁਹਾਡੀ। ਇਹ ਬੱਚਿਆਂ ਦੇ ਵਿੱਚ ਇੱਕ ਨਾ ਇਹ ਚੀਜ਼ ਪੈਦਾ ਕਰਨ ਦੀ ਜ਼ਰੂਰਤ ਹੈ, ਟੂ ਇਨਕਲਕੇਟ ਦੈਟ। ਔਰ ਦੂਸਰਾ ਇੱਕ ਮੁਹਾਵਰਾ ਹੈ ਇੰਗਲਿਸ਼ ਦਾ, ਬੀਟਿੰਗ ਦ ਐਪੀਟਾਈਟ, ਯਾਨੀ ਕਿ ਭੁੱਖ ਜਾਗਰਤ ਕਰਨੀ। ਬੱਚਿਆਂ ਦੇ ਵਿੱਚ ਆਪਣੇ ਸਬਜੈਕਟ ਪ੍ਰਤੀ ਭੁੱਖ ਜਾਗਰਤ ਕਰਨ ਦੀ ਲੋੜ ਹੈ। ਸਾਨੂੰ ਇਹ ਨਾ ਕਹਿਣਾ ਪਏ ਕਿ ਪੜੋ, ਆਟੋਮੈਟਿਕਲੀ ਆਪਣੇ ਸ਼ੌਂਕ ਦੇ ਨਾਲ ਪੜਨ, ਯਾਨੀ ਕਿ ਸ਼ੌਂਕ ਪੈਦਾ ਕਰਨ ਦੀ ਜ਼ਰੂਰਤ ਹੈ। ਕਿਤੇ ਨਾ ਕਿਤੇ ਅਸੀਂ ਕਿਤੇ ਨਾਕਾਮਯਾਬ ਹੋ ਜਾਂਦੇ, ਉਹਨਾਂ ਦੇ ਸ਼ੌਂਕ ਜਿਹੜਾ ਉਹ ਪੈਦਾ ਨਹੀਂ ਕਰ ਪਾਉਂਦੇ। ਤੇ ਜੇ ਸ਼ੌਂਕ ਪੈਦਾ ਹੋ ਗਿਆ ਤੇ ਇਕਨੋਮਿਕਸ ਵਰਗਾ ਸੌਖਾ ਸਬਜੈਕਟ ਕੋਈ ਨਹੀਂ ਹੈ ਔਰ ਸਭ ਤੋਂ ਅੱਛਾ ਸਬਜੈਕਟ ਹੈ। ਅੱਜ ਸਟੇਟ ਵਾਈਜ਼ ਵੀ ਵੇਖੋ, ਇਹ ਆਪਾਂ ਡਾਟਾ ਲੱਭਿਆ ਹੋਇਆ ਜੇ, ਵੇਖੋ ਪਤਾ ਲੱਗਦਾ ਨਾ ਕਿ ਕੋਈ ਸਟੇਟ ਆਪਾਂ ਕਹਿ ਦਿੰਨੇ ਕਿ ਅਮੀਰ ਚੱਲ ਰਹੀ ਆ ਜੀ, ਕੋਈ ਗਰੀਬ ਚੱਲ ਰਹੀ ਆ, ਤੇ ਵੇਖੋ ਇਹ ਕਾਰਨ ਵੀ ਸਾਹਮਣੇ ਤੁਹਾਡੇ ਨਜ਼ਰ ਆ ਰਹੇ ਹੈ। ਬਿਲਕੁਲ ਦੇਖੋ ਸਾਡੇ ਕੋਲ ਜਿਹੜਾ ਇਕਨੋਮਿਕ ਸਰਵੇ 2013-14 ਦਾ ਪਲੈਨਿੰਗ ਕਮਿਸ਼ਨ ਦਾ ਡਾਟਾ ਹੈ ਕਿ ਸਟੇਟ ਵਾਈਜ਼ ਪਰਸਨ ਬਿਲੋ ਪਾਵਰਟੀ ਲਾਈਨ ਕਿੰਨੇ ਨੇ, ਕਿਤੇ ਘੱਟ ਕਿਤੇ ਜ਼ਿਆਦਾ। ਹਾਂਜੀ ਦੇਖੋ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਹੈ ਉਹ ਇਸ ਟਾਈਮ ਤੇ ਸਾਡੇ ਕੋਲ ਸ਼ੋ ਕਰਦਾ ਦਾਦਰਾ ਨਗਰ ਹਵੇਲੀ ਦੀ ਸ਼ੋ ਕਰਦਾ ਪਿਆ, ਠੀਕ ਹੈ ਜੀ। ਔਰ ਗੋਆ ਵਿੱਚ ਘੱਟ, ਇਹ ਪਾਵਰਟੀ ਲਾਈਨ ਤੋਂ ਥੱਲੇ ਦਿਖਾ ਰਿਹਾ ਨਾ ਕਿ ਕਿੰਨਿਆਂ ਦੀ ਜ਼ਿਆਦਾ ਆ ਬਿਲੋ ਪਾਵਰਟੀ ਲਾਈਨ, ਸਟੇਟ ਵਾਈਜ਼ ਪਰਸੈਂਟੇਜ ਦਾ ਪਰਸਨ ਬਿਲੋ ਪਾਵਰਟੀ ਲਾਈਨ ਤੋਂ ਹੇਠਾਂ ਜਿਹੜੇ ਬੰਦੇ ਨੇ। ਔਰ ਇਸ ਤਰੀਕੇ ਨਾਲ ਸਭ ਤੋਂ ਘੱਟ ਜਿਹੜੀ ਹੈ ਜੇ ਅਸੀਂ ਚਲੀਏ ਤੇ ਅੰਡੇਮਾਨ ਨਿਕੋਬਾਰ ਆਈਲੈਂਡ ਜਿਹੜੀ ਉਹ ਸਭ ਤੋਂ
ਘੱਟ ਸ਼ੋ ਕਰ ਜੀ ਰਿਹਾ। ਜੀ ਜੀ ਗੋਆ ਵੀ ਚਲੋ ਠੀਕ ਠਾਕ ਹਾਂਜੀ, ਗੋਆ ਵੀ ਬਹੁਤ ਠੀਕ ਠਾਕ ਹੈ ਜੀ। ਪੰਜਾਬ ਦੀ ਗੱਲ ਕਰੀਏ ਸਾਡੇ, ਤਾਂ ਪੰਜਾਬ ਦਾ ਡਾਟਾ ਸ਼ਾਇਦ ਇੱਥੇ ਨਹੀਂ ਹੈਗਾ ਮੈਨੂੰ ਪੰਜਾਬ ਦਾ ਨਹੀਂ ਹੈ। ਹਰਿਆਣਾ ਠੀਕ ਚੱਲ ਹਰਿਆਣੇ ਦਾ ਹੈ, ਰਿਹਾ, ਹਰਿਆਣਾ ਵੀ ਠੀਕ ਹੈ। ਵੀ ਇਸ ਤਰੀਕੇ ਤੋਂ ਕਲੀਅਰ ਹੋ ਜਾਂਦਾ ਸਾਡੇ ਕੋਲ ਕਿ ਕਿੰਨੇ ਪਰਸੈਂਟੇਜ ਦਾ ਜਿਹੜੇ ਪਰਸਨ ਨੇ ਉਹ 11-12 ਦੇ ਰੂਰਲ ਦੇ ਜਿਹੜੇ ਬਿਲੋ ਪਾਵਰਟੀ ਲਾਈਨ ਨੇ, ਪਰਸਨ 11-12 ਦੇ ਅਰਬਨ ਦੇ ਨੇ, ਜਾਂ ਟੋਟਲ ਪਾਪੂਲੇਸ਼ਨ ਦਾ ਕਿੰਨਾ ਜਿਹੜਾ ਹੈ ਉਹ ਬਿਲੋ ਪਾਵਰਟੀ ਲਾਈਨ। ਮੈਨੂੰ ਲੱਗਦਾ ਕਿ ਡੇਟਾ ਤਾਂ ਵੀ ਜ਼ਰੂਰੀ ਹੁੰਦਾ ਹੋਏਗਾ ਕਿ ਜਦੋਂ ਅਸੀਂ ਕੀ ਨਾ ਸਰਕਾਰੀ ਸਕੀਮਾਂ ਬਣਾਉਣੀਆਂ ਨੇ ਤਾਂ ਸਰਕਾਰ ਬਹੁਤ ਕੁਝ ਵੇਖ ਕੇ ਬਣਾਉਂਦੀ ਹੋਏਗੀ ਕਿ ਕਿਸ ਸਟੇਟ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਤੇ ਕਿਉਂ ਆ ਰਹੀਆਂ ਨੇ। ਜਦੋਂ ਆਪਾਂ ਕਹਿੰਦੇ ਨਾ ਇੰਡਸਟਰੀ ਦੇਣੀ ਹੈਗੀ ਆ, ਗਰੀਬੀ ਹਟਾਉਣੀ ਹੈਗੀ ਤਾਂ ਕਿਸ ਤਰ੍ਹਾਂ ਹਟਾਉਣੀ, ਜਦੋਂ ਪਤਾ ਤਾਂ ਹੋਏਗਾ ਫਿਰ ਹੀ ਕਰਾਂਗੇ ਨਾ ਆਪਾਂ। ਸਟੈਟ ਜਾਂ ਇਹ ਡਾਟੇ ਹੀ ਤੇ ਜਿਹੜੇ ਸਾਨੂੰ ਸਰਕਾਰੀ ਸਕੀਮਾਂ ਬਣਾਉਣ ਵਾਸਤੇ ਸਭ ਤੋਂ ਜ਼ਰੂਰੀ ਪਾਰਟ ਨੇ, ਕਿਉਂਕਿ ਜੇ ਸਰਕਾਰ ਨੂੰ ਪਤਾ ਹੀ ਨਹੀਂ ਹੋਏਗਾ ਕਿ ਉਹਨੇ ਕਿਸ ਵਾਸਤੇ ਸਕੀਮ ਬਣਾਉਣੀ ਹੈ। ਹੁਣ ਮੰਨ ਲਓ 2011 ਚ ਸਾਡੇ ਕੋਲ ਸੈਂਸਸ ਹੋਇਆ, 2021 ਦਾ ਸਾਡਾ ਸੈਂਸਸ ਨਹੀਂ ਹੋ ਪਾਇਆ। ਹਾਂਜੀ, ਸਰਕਾਰ ਕੋ ਉਹ ਪੂਰਾ ਡਾਟਾ ਅਵੇਲੇਬਲ ਨਹੀਂ ਹੈ ਕਿ ਕਿੰਨੀ ਪਾਪੂਲੇਸ਼ਨ, ਇੱਕ ਅਸੀਂ ਐਸਟੀਮੇਸ਼ਨ ਦੇ ਨਾਲ, ਇੱਕ ਮੈਥਡ ਦੇ ਨਾਲ ਅੱਗੇ ਚੱਲਦੇ ਆ ਵੀ ਇੰਨੀ ਹੋਈ ਤੇ 8 ਸਾਲ ਇੰਨੀ ਵੱਧਦੀ ਪਈ ਤੇ ਇੰਨੀ ਹੋ ਜਾਏਗੀ, ਪਰ ਐਗਜ਼ੈਕਟ ਸਾਡੇ ਕੋਲ ਡਾਟਾ ਨਹੀਂ ਹੈ। ਤੇ ਜੇ ਐਗਜ਼ੈਕਟ ਡਾਟਾ ਨਹੀਂ ਹੈ ਤੇ ਸਾਡੀ ਪਾਲਿਸੀਜ਼ ਵੀ ਉਹਨੀਆਂ ਐਗਜ਼ੈਕਟ ਨਹੀਂ ਬਣ ਸਕਦੀਆਂ ਔਰ ਉਹਨਾਂ ਦਾ ਲਾਭ ਵੀ ਪੂਰੇ ਬੰਦਿਆਂ ਤੱਕ ਨਹੀਂ ਪਹੁੰਚ ਸਕੇ। ਅਸੀਂ ਕੋਈ ਵੱਧ ਜਿਹੜਾ ਫੰਡ ਜਿਹੜੇ ਐਲੋਕੇਟ ਕਰ ਦਈਏ ਜਾਂ ਘੱਟ ਕਰ ਦਈਏ, ਉਹਦਾ ਨੁਕਸਾਨ ਜਿਹੜਾ ਹੁੰਦਾ। ਹੁਣ ਇੱਕ ਕੁਐਸਚਨ ਆ ਜਾਂਦਾ ਹੈ ਕਿ ਵੀ ਗਰੀਬੀ ਦੇ ਕਾਰਨ, ਮਤਲਬ ਆਪਾਂ ਕਈ ਵਾਰ ਸੋਚਦੇ ਹੁੰਦੇ ਨਾ ਕਿ ਸਰਕਾਰ ਨੂੰ ਪਤਾ ਲੱਗ ਜਾਣ, ਸਾਨੂੰ ਪਤਾ ਲੱਗ ਜਾਣ, ਐਜ਼ ਅ ਇਕਨੋਮਿਕਸ ਦੇ ਵਿਦਿਆਰਥੀ ਜਾਂ ਅਧਿਆਪਕ ਸਾਨੂੰ ਇਹ ਪਤਾ ਲੱਗ ਜਾਣ ਤੇ ਕਿਤੇ ਨਾ ਕਿਤੇ ਆਪਾਂ ਇਹਨਾਂ ਕਾਰਨਾਂ ਤੇ ਸੋਚ ਸਕਦੇ ਹੈਗੇ ਆ। ਤੇ ਕੀ ਕਾਰਨ ਹੈ ਜੀ? ਇੱਕ ਤੋਂ ਸ਼ੁਰੂ ਕਰੀਏ ਆਪਾਂ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ। ਪੇਪਰ 'ਚ ਤੁਸੀਂ ਦੇਖੋ, ਜੇ ਪਿਛਲੇ ਸਾਲਾਂ ਦੇ ਪੇਪਰ ਚੈੱਕ ਕਰੋ ਤੇ ਲਗਭਗ 10-12 ਵਾਰੀ ਇਹ ਕੁਐਸਚਨ ਆ ਚੁੱਕਾ, ਭਾਰਤ ਵਿੱਚ ਗਰੀਬੀ ਦੇ ਕੀ ਕਾਰਨ ਹਨ। ਅੱਛਾ। ਔਰ ਉਹਨਾਂ ਨੂੰ ਇਹ ਅਸੀਂ ਐਕਸਪਲੇਨ ਕੀਤਾ ਹੈ। ਹਾਈ ਪ੍ਰੈਸ਼ਰ ਆਫ ਪਾਪੂਲੇਸ਼ਨ, ਯਾਨੀ ਜਨਸੰਖਿਆ ਦਾ ਭਾਰੀ ਦਬਾਅ। ਤੁਸੀਂ ਜਾਣਦੇ ਹੀ ਹੋ ਕਿ ਸਾਡੇ ਬਹੁਤ ਜ਼ਿਆਦਾ ਸਾਡੇ ਦੇਸ਼ 'ਚ ਜਨਸੰਖਿਆ ਬਹੁਤ ਜ਼ਿਆਦਾ ਹੈ ਔਰ ਇੰਨੀ ਵੱਡੀ ਜਨਸੰਖਿਆ ਨੂੰ ਕੰਮ ਮਿਲਣਾ, ਪ੍ਰੋਵਾਈਡ ਕਰਨਾ ਵੀ ਕੋਈ ਸੌਖਾ ਨਹੀਂ ਹੈ। ਉਹਨਾਂ ਲੋਕਾਂ ਵਾਸਤੇ ਖਾਣ ਦਾ ਇੰਤਜ਼ਾਮ ਕਰਵਾਉਣਾ ਉਹ ਵੀ ਬੜਾ ਔਖਾ ਹੈ, ਰਹਿਣ ਦਾ ਇੰਤਜ਼ਾਮ ਕਰਾਉਣਾ, ਮੈਡੀਕਲ ਫੈਸਿਲਿਟੀ, ਅਸੀਂ ਕਹੀਏ ਐਜੂਕੇਸ਼ਨ ਫੈਸਿਲਿਟੀ। ਇਹ ਸਭ ਤੋਂ ਵੱਡਾ ਕਾਰਨ, ਜਿਹੜੀ ਸਭ ਤੋਂ ਵੱਡੀ ਪਾਪੂਲੇਸ਼ਨ ਹੈ। ਔਰ ਰੀਸੈਂਟਲੀ ਡਾਟਾ ਆਇਆ ਜੀ ਕਿ ਲੱਗਦਾ ਪਿਆ ਹੈ ਕਿ ਸਾਡਾ ਦੇਸ਼ ਆਉਣ ਵਾਲੇ ਟਾਈਮ ਤੇ ਚਾਈਨਾ ਨਾਲੋਂ ਅੱਗੇ ਨਿਕਲ ਜਾਏਗਾ, ਯਾਨੀ ਨੰਬਰ 1 ਇਨ ਦਾ ਪਾਪੂਲੇਸ਼ਨ ਹੋ ਜਾਏਗਾ। ਔਰ ਚਾਈਨਾ ਦੀ, ਕਿਉਂਕਿ ਉਹਨਾਂ ਦੀ ਪਾਲਿਸੀਜ਼ ਕਰਕੇ ਉਹਨਾਂ ਨੇ ਕੰਟਰੋਲ ਕੀਤਾ ਹੈ, ਉਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ ਜੇ ਉਹ ਗਰੋਥ ਉਹ ਨਹੀਂ ਹੈ ਜੋ ਸਾਡੀ ਹੈ, ਲੇਕਿਨ ਸਾਡੀ ਗਰੋਥ ਕਰੀਬ 1980 ਤੋਂ ਜੀ ਕੰਟਰੋਲ ਕਰ ਲਿਆ ਸੀ ਤੇ ਹੁਣ ਉਹਦੇ ਨਤੀਜੇ ਆ ਰਹੇ, ਉਲਟਾ ਇਹ ਹੋ ਰਿਹਾ ਕਿ ਉੱਥੇ ਬਜ਼ੁਰਗ ਵਧ ਰਹੇ ਤੇ ਜਵਾਨ ਘਟ ਰਹੇ। ਬਿਲਕੁਲ, ਉੱਥੇ ਪ੍ਰੋਬਲਮ। ਬਾਕੀ ਸਾਰੀ ਕੰਟਰੀਜ਼ 'ਚ ਚੀਜ਼ਾਂ ਆ ਰਹੀਆਂ ਜੀ, ਜਾਪਾਨ ਹੋ ਗਿਆ, ਚਾਈਨਾ ਹੋ ਗਿਆ, ਕਈ ਕੰਟਰੀ ਦੇ ਵਿੱਚ ਸਗੋਂ ਜਿਹੜੀ ਹਾਇਰ ਏਜ ਗਰੁੱਪ ਜ਼ਿਆਦਾ ਹੈ, ਜਿਹੜਾ ਯੰਗਰ ਗਰੁੱਪ ਘੱਟ ਹੈ। ਲੇਕਿਨ ਸਾਡੇ ਦੇਸ਼ ਜਿਹੜਾ ਸਭ ਤੋਂ ਕਿਹਾ ਜਾਂਦਾ ਕਿ ਜਵਾਨ ਦੇਸ਼ਾਂ ਦਾ ਲੋਕਾਂ ਦਾ ਮੁਲਕ ਹੈ, ਲੇਕਿਨ ਫਿਰ ਵੀ ਸਾਡੇ ਦੇਸ਼ ਦੇ ਬਹੁਤ ਜ਼ਿਆਦਾ ਪਾਪੂਲੇਸ਼ਨ ਦੀ ਜਿਹੜਾ ਪ੍ਰੈਸ਼ਰ ਹੈ। ਅੱਛਾ, ਹਾਈ ਪ੍ਰੈਸ਼ਰ ਤੇ ਤੁਸੀਂ ਲਿਖਤਾ ਪਾਪੂਲੇਸ਼ਨ ਦਾ, ਲੋ ਗਰੋਥ ਰੇਟ ਕੀ ਹੈ? ਔਰ ਗਰੋਥ ਰੇਟ ਬਹੁਤ ਘੱਟ ਹੈ ਜੀ। ਗਰੋਥ ਰੇਟ, ਵਿਕਾਸ ਦੀ ਦਰ ਜਿਹੜੀ ਹੈ ਉਹ ਸਾਡੇ ਦੇਸ਼ 'ਚ ਬਹੁਤ ਘੱਟ ਹੈ। ਸਾਡਾ ਦੇਸ਼ ਦਾ ਜਿਹੜਾ ਵਿਕਾਸ ਜਿੰਨੀ ਪਾਪੂਲੇਸ਼ਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਉਸ ਦੇ ਮੁਕਾਬਲੇ ਉਹ ਨਹੀਂ ਹੈ। ਤੀਸਰਾ ਪੁਆਇੰਟ ਹੈ ਜੀ ਪੂਅਰ ਐਗਰੀਕਲਚਰ ਇੰਫਰਾਸਟ੍ਰਕਚਰ। ਅੱਛਾ, ਤੁਸੀਂ ਇਹ ਜਾਣਦੇ ਹੋ ਕਿ ਸਾਡੇ ਦੇਸ਼ ਦੀ ਮੈਕਸਿਮਮ ਜਨਸੰਖਿਆ ਜਿਹੜੀ ਹੈ ਉਹ ਖੇਤੀਬਾੜੀ ਤੇ ਨਿਰਭਰ ਹੈ ਔਰ ਖੇਤੀਬਾੜੀ ਦਾ ਇੰਫਰਾਸਟ੍ਰਕਚਰ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਵੀ ਪੂਅਰ ਹੈ। ਅੱਜ ਵੀ ਸਿੰਚਾਈ ਦੇ ਸਾਧਨ ਸਾਨੂੰ, ਅਸੀਂ ਸਿਰਫ ਪੰਜਾਬ, ਹਰਿਆਣਾ ਜਾਂ ਇੱਧਰ ਏਰੀਆ ਦੇਖ ਕੇ ਨਾ ਕਰੀਏ ਕਿ ਇਹ ਬਹੁਤ ਵਧੀਆ ਨੇ। ਜੇ ਤੁਸੀਂ ਮਹਾਰਾਸ਼ਟਰ ਔਰ ਦੂਸਰੇ ਦੂਰ ਜਗ੍ਹਾਵਾਂ ਤੇ ਜਾਓ, ਉੱਥੇ ਅੱਜ ਵੀ ਇਰੀਗੇਸ਼ਨ ਦੀ ਫੈਸਿਲਿਟੀ ਬਹੁਤ ਖਰਾਬ ਨੇ, ਐਗਰੀਕਲਚਰ ਦਾ ਇੰਫਰਾਸਟ੍ਰਕਚਰ ਬਹੁਤ ਖਰਾਬ ਹੈ, ਸੜਕਾਂ ਦੀ ਹਾਲਾਤ ਇਹ ਨੇ ਕਿ ਨਹੀਂ। ਇਹ ਵੀ ਇੱਕ ਕਾਰਨ ਸਾਡਾ ਗਰੀਬੀ ਦਾ ਹੈ। ਤਾਂ ਹੀ ਤੇ ਦੇਖੋ ਕਿਸਾਨ ਬਹੁਤ ਸਾਰੇ ਆਤਮ ਹੱਤਿਆ ਕਰ ਰਹੇ ਨੇ। ਦੇਸ਼ ਦਾ ਬਹੁਤ ਵੱਡੀ ਆਬਾਦੀ ਹਜੇ ਵੀ ਐਗਰੀਕਲਚਰ ਤੇ ਡਿਪੈਂਡ ਕਰ ਰਹੀ ਹੈਗੀ ਆ। ਮੈਂ ਇੱਕ ਚੀਜ਼ ਵੇਖਣਾ ਹੁੰਦਾ ਕਿ ਅਗਰ ਉਹੀ ਗੱਲ ਪੰਜਾਬ ਹਰਿਆਣੇ ਦੀ ਗੱਲ ਕਰੀਏ, ਫਿਰ ਵੀ ਖੇਤਾਂ ਦੇ ਸਾਈਜ਼ ਨਾ ਥੋੜੇ ਵੱਡੇ ਨੇ। ਅਗਰ ਆਪਾਂ ਹੋਰ ਪਿੱਛੇ ਚਲੇ ਜਾਂਦੇ ਹੈਗੇ ਆ ਤੇ ਅਸੀਂ ਵੇਖਾਂਗੇ ਖੇਤਾਂ ਦੇ ਸਾਈਜ਼ ਬੜੇ ਛੋਟੇ ਆ। ਮਗਰ ਹਜੇ ਵੀ ਮੈਂ ਕਮੀ ਸੋਚਦਾ ਹੁੰਦਾ ਆ ਕਿ ਪ੍ਰਤੀ ਬਜਾਏ ਕਿ ਏਕੜ ਸੋਚਣ ਦੇ ਸਾਨੂੰ ਕੀ ਵੇਖਣਾ ਚਾਹੀਦਾ, ਪ੍ਰਤੀ ਹੈਕਟੇਅਰ, ਕਿਉਂਕਿ ਆਪਾਂ ਨੂੰ ਉਹਦੇ ਸਾਈਜ਼ ਵਧਾਉਣੇ ਚਾਹੀਦੇ ਹੈਗੇ। ਵੇਖੋ ਜਿੰਨੇ ਵੀ ਯੂਰਪ, ਅਮਰੀਕਾ ਚੱਲਦਾ ਹੈਗਾ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਚੱਲਦਾ ਹੈਗਾ ਆ, ਕਿਉਂਕਿ ਉਹਨਾਂ ਦੇ ਸਾਈਜ਼ ਜਿਹੜੇ ਹੈਗੇ ਖੇਤਾਂ ਦੇ ਵੱਡੇ ਹੈਗੇ ਨੇ। ਆਪਾਂ ਜਦੋਂ ਕਮਰਸ ਵਿੱਚ ਕੋਆਪਰੇਟਿਵ ਸੁਸਾਇਟੀ ਪੜਾਉਂਦੇ ਹੁੰਦੇ ਆ, ਮੈਂ ਕਈ ਵਾਰ ਬੜਾ ਕੋਸ਼ਿਸ਼ ਕਰਦਾ ਮੈਂ ਸਮਝਾਉਣ ਦੀ ਕਿ ਅਗਰ ਸਾਰੇ ਹੀ ਪਿੰਡ ਦਾ ਖੇਤ ਇਕੱਠੇ ਕਰ ਦਿੱਤੇ ਜਾਣ
ਤੇ ਫਿਰ ਉਹਦੇ ਚੋਂ ਖੇਤੀ ਕੀਤੀ ਜਾਵੇ ਤੇ ਉਹ ਖੇਤ ਕਿੰਨੇ ਵੱਡੇ ਹੋ ਸਕਦੇ ਨੇ ਤੇ ਕਿੰਨਾ ਆਸਾਨੀ ਦੇ ਨਾਲ ਇਨਫਰਾਸਟ੍ਰਕਚਰ ਦਾ ਬਣ ਸਕਦਾ ਹੈਗਾ ਆ। ਕੁਝ ਟਰੈਕਟਰ ਜਿਹੜੇ ਹੈਗੇ ਸਾਰੀ ਉਹ ਖੇਤੀ ਕਰ ਪਾਉਣ ਤੇ ਅਸੀਂ ਵੱਡੀਆਂ ਮਸ਼ੀਨਾਂ ਲਿਆ ਸਕੀਏ। ਮਗਰ ਸ਼ਾਇਦ ਕਿਤੇ ਨਾ ਕਿਤੇ ਸਾਡੇ ਕੀ ਨਾ ਆ ਕੋਆਪਰੇਟਿਵ ਸੁਸਾਇਟੀਆਂ ਵੀ ਜਿਹੜੀਆਂ ਬਣਨੀਆਂ ਚਾਹੀਦੀਆਂ ਸੀ ਉਹ ਨਹੀਂ ਬਣ ਸਕੀਆਂ ਤੇ ਸਰਕਾਰ ਵੀ ਉਹਨਾਂ ਪੂਅਰ ਐਗਰੀਕਲਚਰ ਇਨਫਰਾਸਟ੍ਰਕਚਰ ਵਿੱਚ ਕੁਝ ਵਾਧਾ ਨਹੀਂ ਕਰ ਸਕੀ। ਬਿਲਕੁਲ ਠੀਕ ਗੱਲ ਹੈ। ਅਗਲਾ ਸਾਡੇ ਕੋਲ ਪੁਆਇੰਟ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਇਨਕਮ, ਬਹੁਤ ਵੱਡਾ ਪੁਆਇੰਟ ਹੈ ਜੀ। ਸਾਡੇ ਦੇਸ਼ 'ਚ ਆਮਦਨ ਦੀ ਅਸਮਾਨ ਵੰਡ ਔਰ ਅੱਜ ਕੱਲ੍ਹ ਬੜਾ ਜਵਲਨ ਟੌਪਿਕ ਬਣਿਆ ਹੋਇਆ ਹੈ ਕਿ ਸਾਡੇ ਦੇਸ਼ ਦਾ ਲਗਭਗ ਜਿਹੜਾ 50% ਹਿੱਸਾ ਜਿਹੜਾ ਹੈ ਜਿਹਨੂੰ ਕਹਿੰਦੇ ਸਾਡੇ ਕੋਲ ਦੇਸ਼ ਦਾ ਜਿਹੜਾ ਧਨ ਹੈ ਉਹ 1% ਲੋਕਾਂ ਦੇ ਹੱਥ ਵਿੱਚ ਹੈ। ਪਰ ਇਹ ਤਾਂ ਬਹੁਤ ਮੁਸ਼ਕਲ ਹੈ, ਬਹੁਤ ਦੇਖੋ। ਔਰ ਉਹ ਅਨਇਕੁਅਲ ਡਿਸਟ੍ਰੀਬਿਊਸ਼ਨ ਜਿਹੜੀ ਹੈ, ਜਿਹੜਾ ਗਰੀਬ ਹੋਰ ਗਰੀਬ ਹੋਈ ਜਾ ਰਿਹਾ, ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ, ਜਿਸ ਕਰਕੇ ਅਨਇਕੁਅਲ ਡਿਸਟ੍ਰੀਬਿਊਸ਼ਨ ਕਰਕੇ ਸਾਡੇ ਦੇਸ਼ 'ਚ ਗਰੀਬੀ ਬਹੁਤ ਵੱਧ ਰਹੀ ਹੈ। ਅਨਇੰਪਲੋਇਮੈਂਟ, ਬੇਰੋਜ਼ਗਾਰੀ, ਮੈਨੂੰ ਨਹੀਂ ਲੱਗਦਾ ਇਸ ਚੀਜ਼ ਨੂੰ ਐਕਸਪਲੇਨ ਕਰਨ ਦੀ ਲੋੜ ਹੈ, ਬੱਚੇ ਖੁਦ ਹੀ ਸਮਝ ਜਾਣਗੇ। ਅਨਇੰਪਲੋਇਮੈਂਟ ਤੇ ਤੁਸੀਂ ਬਹੁਤ ਡਿਟੇਲਸ ਦੱਸਿਆ ਗਾ। ਇਹ ਬੱਚਿਆਂ ਕੋਲ ਲੋਕਾਂ ਕੋਲ ਰੁਜ਼ਗਾਰ ਹੀ ਨਹੀਂ ਹੈ ਤੇ ਆਪਣੀ ਜਿਹੜੀ ਮੁੱਢਲੀ ਬੇਸਿਕ ਜ਼ਰੂਰਤਾਂ ਨੇ, ਰੋਟੀ, ਕਪੜਾ, ਮਕਾਨ, ਸਿਹਤ ਤੇ ਸਾਡੀ ਜਿਹੜੀ ਸਿੱਖਿਆ, ਉਹ ਕਿੱਦਾਂ ਪ੍ਰੋਵਾਈਡ ਕਰ ਸਕਣਗੇ ਆਪਣੇ ਪਰਿਵਾਰ ਨੂੰ। ਔਰ ਇਹ ਸਭ ਤੋਂ ਵੱਡਾ ਕਾਰਨ ਜਿਹੜਾ ਗਰੀਬੀ ਦਾ ਹੈ। ਠੀਕ ਆ, ਅੰਡਰ ਯੂਟਿਲਾਈਜ਼ਡ ਰਿਸੋਰਸਿਸ ਹਾਂ ਹੈਗੇ ਨੇ ਰਿਸੋਰਸਸ ਪਰ ਯੂਟਿਲਾਈਜ਼ ਨਹੀਂ ਹੋ ਪਾ ਰਹੇ ਜੀ। ਤੁਸੀਂ ਬੜਾ ਅੱਛਾ ਦੱਸ ਸਕਦੇ ਹੋ, ਸਗੋਂ ਤੁਸੀਂ ਹਾਂ। ਨਹੀਂ, ਅਸੀਂ ਵੇਖਦੇ ਹੁੰਦੇ ਹਾਂ ਕਿ ਜਦੋਂ ਅਸੀਂ ਕਮਰਸ ਵਿੱਚ ਪੜਾਉਂਦੇ ਹੁੰਦੇ ਬੱਚਿਆਂ ਨੂੰ, ਅਸੀਂ ਕਹਿੰਦੇ ਹੁੰਦੇ ਹਾਂ ਕਿ ਅਗਰ ਤੁਹਾਨੂੰ ਕੋਈ ਇੰਟਰਵਿਊ ਤੇ ਪੁੱਛੇਗਾ ਨਾ ਕਿ ਬਈ ਤੁਸੀਂ ਸਾਡੀ ਇੰਡਸਟਰੀ 'ਚ ਆ ਜਾਓ, ਸਾਡੀ ਕੰਪਨੀ ਜੁਆਇਨ ਕਰ ਲਓ, ਤੁਸੀਂ ਕਰੋਗੇ ਕੀ? ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਤੁਸੀਂ ਇੱਕ ਲਾਈਨ ਦਾ ਜਵਾਬ ਦੇ ਦੇਣਾ ਕਿ ਮੈਂ ਤੁਹਾਡੇ ਅੰਡਰ ਯੂਟਿਲਾਈਜ਼ ਜਿਹੜੇ ਰਿਸੋਰਸਸ ਹੈਗੇ ਉਹਨਾਂ ਦੀ ਵੀ ਸੁਚੱਜੀ ਵਰਤੋਂ, ਆਪਟੀਮਾਈਜ਼ ਯੂਜ਼ ਕਰਾਂਗਾ। ਤੇ ਜੇ ਮੈਂ ਆਪਟੀਮਾਈਜੇਸ਼ਨ ਕਰ ਦਿੱਤੀ ਰਿਸੋਰਸਸ ਦੀ ਤੇ ਕਿਤੇ ਨਾ ਕਿਤੇ ਵਾਧਾ ਹੋ ਜਾਏਗਾ। ਮੈਂ ਨਾ ਸਿੰਪਲ ਜਿਹਾ ਐਗਜ਼ਾਮਪਲ ਲੈਣਾ ਹੁੰਦਾ ਆ ਕਿ ਮੈਂ ਮੰਨ ਲਓ ਥ੍ਰੈਡਸ ਤੋਂ ਟੀ-ਸ਼ਰਟਸ ਬਣਾਉਣਾ ਆ। ਅਗਰ ਇੱਕ ਬੰਦਾ ਮਸ਼ੀਨ ਤੇ ਬੈਠ ਕੇ 100 ਦੀ ਗਿਣਤੀ ਬਣਾ ਰਿਹਾ, ਦੂਸਰੇ ਦਿਨ ਆਉਂਦਾ ਦੂਸਰਾ ਬੰਦਾ ਉਹ 90 ਬਣਾ ਰਿਹਾ, ਤੀਸਰੇ ਦਿਨ ਤੀਸਰਾ ਬੰਦਾ ਆਉਂਦਾ ਆ ਉਹ 110 ਬਣਾ ਰਿਹਾ। ਹੁਣ ਸਾਡੇ ਕੋਲ ਰਿਸੋਰਸਸ ਸੇਮ ਸੀ, ਮਸ਼ੀਨਰੀ ਸੇਮ ਹੈਗੀ ਸੀ, ਇਲੈਕਟ੍ਰਿਸਿਟੀ ਆਪਾਂ ਸੇਮ ਦਿੱਤੀ, ਸਭ ਕੁਝ ਸੇਮ ਦਿੱਤਾ, ਮਗਰ 3 ਬੰਦਿਆਂ ਨੇ ਅਲੱਗ ਕੀਤਾ। ਉਹ ਕੀ ਕੀਤਾ ਹੋਊਗਾ ਕਿ ਕਿਸੇ ਨੇ ਉਹਨੂੰ ਅੰਡਰ ਯੂਟਿਲਾਈਜ਼ ਕਰ ਲਿਆ ਤੇ ਕਿਸੇ ਨੇ ਉਹਨੂੰ ਆਪਟੀਮਾਈਜ਼ ਕਰਕੇ ਵਧਾ ਕੇ ਉਹਨੂੰ ਯੂਜ਼ ਕਰ ਲਿਆ। ਤੇ ਹੁਣ ਆਪਾਂ ਕਿਹੜਾ ਕਰਮਚਾਰੀ ਰੱਖਾਂਗੇ ਜਿਹੜੇ 110 ਕਰਕੇ ਦਿੱਤਾ ਨਾ, ਕਿਉਂਕਿ 100 ਦੀ ਤੇ ਆਪਾਂ ਕੰਪਨੀ ਵੱਲੋਂ ਹੀ ਲਿਮਿਟ ਲਗਾਈ ਸੀ ਵੀ 100 ਤੇ ਬਣ ਹੀ ਜਾਣਾ ਚਾਹੀਦਾ ਹੈਗਾ। ਤੇ ਜੇ 110 ਬਣਾਤਾ ਕਿਸੇ ਨੇ ਤੇ ਕਿਤੇ ਨਾ ਕਿਤੇ ਵਾਧਾ ਕਰਤਾ ਨਾ। ਤੇ ਇਹੋ ਹੀ ਸਾਰੀ ਕਮਰਸ ਦੀ ਖੇਡ ਹੈਗੀ ਆ। ਜਿਹੜਾ ਵਿਦਿਆਰਥੀ ਸਮਝ ਗਿਆ ਇਸ ਗੱਲ ਨੂੰ ਕਿ ਆਪਾਂ ਰਿਸੋਰਸ ਤੇ ਹੈਗੇ ਲਿਮਿਟਡ, ਉਤੋਂ ਅਨਲਿਮਿਟਡ ਨੀਡਸ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਹੈਗਾ ਆ, ਉਤੋਂ ਆਪਾਂ ਵੱਧ ਤੋਂ ਵੱਧ ਪ੍ਰੋਡਕਟ ਕਿਸ ਤਰ੍ਹਾਂ ਬਣਾਉਣੇ ਹੈਗੇ ਨੇ, ਅਗਰ ਉਹ ਅਸੀਂ ਬਣਾਉਣ 'ਚ ਕਾਮਯਾਬ ਹੋ ਗਏ ਤੇ ਸਾਡੇ ਰਿਸੋਰਸ ਦੀ ਸੁਚੱਜੀ ਵਰਤੋਂ ਹੋ ਗਈ। ਦੇਖੋ, ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਜੀ ਕਿ ਸਾਡੇ ਕੋਲ ਲਿਮਿਟਿਡ ਰਿਸੋਰਸਿਸ ਨੇ, ਅਨਲਿਮਿਟਿਡ ਵਾਂਟ ਨੇ, ਔਰ ਜਿਹੜੇ ਰਿਸੋਰਸ ਨੇ ਉਹਨਾਂ ਦੇ ਮਲਟੀਪਲ ਯੂਜ਼ ਨੇ। ਹਾਂ, ਠੀਕ ਹੈ, ਉਹਨਾਂ ਨੂੰ ਫੁੱਲੀ ਯੂਟਿਲਾਈਜੇਸ਼ਨ ਅਸੀਂ ਕਿੱਦਾਂ ਕਰਨਾ ਹੈ ਕਿ ਸਾਡੇ ਦਰਿਆਵਾਂ ਦਾ ਪਾਣੀ ਐਵੇਂ ਸਮੁੰਦਰ 'ਚ ਜਾ ਕੇ ਵੇਸਟ ਹੋ ਰਿਹਾ ਕਿ ਅਸੀਂ ਉਹਨੂੰ ਡਾਇਵਰਟ ਕਰਕੇ ਨਹਿਰਾਂ ਬਣਾ ਕੇ ਇਰੀਗੇਸ਼ਨ ਵਾਸਤੇ ਲੈ ਕੇ ਜਾ ਰਹੇ ਹਾਂ। ਦੈਟ ਇਜ਼ ਦ ਯੂਟਿਲਾਈਜੇਸ਼ਨ ਆਫ ਦ ਰਿਸੋਰਸਿਸ। ਉਹ ਜਦ ਕਿ ਉਹ ਯੂਟਿਲਾਈਜ਼ ਨਹੀਂ ਹੋ ਪਾ ਰਹੇ। ਅੱਛਾ, ਇਨਫਲੇਸ਼ਨ ਦੀ ਵੀ ਗੱਲ ਕਰ ਰਹੇ ਸੀ ਤੁਸੀਂ, ਇੱਕ ਪੂਰਾ ਟੌਪਿਕ ਇੱਥੇ ਮੈਨੂੰ ਲੱਗਦਾ ਦੱਸਿਆ ਹੈਗਾ ਸੀ। ਇਹ ਵੀ ਪਾਵਰਟੀ ਦਾ ਕਾਰਨ ਬਣ ਜਾਂਦਾ। ਬਿਲਕੁਲ ਦੇਖੋ, ਇਨਫਲੇਸ਼ਨ ਇੰਨੀ ਵੱਧ ਰਹੀ ਹੈ, ਕੀਮਤਾਂ ਵੱਧ ਰਹੀਆਂ ਨੇ, ਗਰੀਬ ਆਦਮੀ ਦੀ ਪਹੁੰਚ ਤੋਂ ਅਨਾਜ ਵੀ ਦੂਰ ਹੋ ਰਿਹਾ ਹੈ। ਤੇ ਨੈਚੁਰਲੀ ਗੱਲ, ਗਰੀਬ ਤਾਂ ਗਰੀਬ ਹੀ ਹੋਏਗਾ, ਉਹ ਕਿੱਥੋਂ ਆਪਣੀ ਜ਼ਰੂਰਤਾਂ ਨੂੰ ਪੂਰੀ ਕਰੇਗਾ। ਜੇ ਅੱਜ ਦੀ ਡੇਟ ਦੇ ਵਿੱਚ ਅਸੀਂ ਕਹੀਏ 35 ਰੁਪਏ ਕਿਲੋ ਦੇ ਕਰੀਬ ਸਾਡੇ ਕੋਲ ਆਟਾ ਹੋ ਜਾਏ ਤੇ ਗਰੀਬ ਆਦਮੀ ਵਾਸਤੇ ਤਾਂ ਰੋਟੀ ਖਾਣੀ ਵੀ ਮੁਸ਼ਕਿਲ ਹੋ ਜਾਏਗੀ। ਅੱਜ ਤੁਸੀਂ ਦੇਖਦੇ ਹੋ ਸਰਸੋਂ ਦਾ ਤੇਲ ਹੋ ਗਿਆ ਜਾਂ ਖੰਡ ਹੋ ਗਈ, ਚਾਹ ਪੱਤੀ, ਜਿਹੜੀ ਬੇਸਿਕ ਦੀ ਗੱਲ ਕਰਦੇ ਆ ਆਪਾਂ, ਬਾਕੀ ਚੀਜ਼ਾਂ ਦੀ ਅਮੀਰਾਂ ਦੀ ਗੱਲ ਨਹੀਂ ਕਰ ਰਹੇ, ਜਿਹੜੀ ਕਿ ਬੰਦੇ ਨੂੰ ਜੀਣ ਵਾਸਤੇ ਜ਼ਰੂਰੀ ਹਨ, ਉਹੀ ਸਾਡੇ ਕੋਲ ਜਦੋਂ ਉਹਨਾਂ ਦੀ ਕੀਮਤਾਂ ਵੱਧਦੀਆਂ ਤਾਂ ਗਰੀਬੀ ਦਾ ਇੱਕ ਕਾਰਨ ਸਾਡੇ ਕੋਲ ਹੁੰਦਾ ਹੈ। ਜਿਹੜਾ ਕਿ ਅੱਜ ਈਵਨ ਤੁਸੀਂ ਕੱਲ ਪਰਸੋਂ ਖਬਰਾਂ ਵੀ ਪੜ੍ਹ ਰਹੇ ਕਿ ਪਾਕਿਸਤਾਨ ਦੇ ਵਿੱਚ ਆਟਾ ਜਿਹੜਾ 300 ਰੁਪਏ ਕਿਲੋ ਹੋ ਗਿਆ। ਹਾਂ, ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਸ਼੍ਰੀਲੰਕਾ 'ਚ ਹੋਇਆ ਕਿ ਉੱਥੇ ਖਾਣ ਪੀਣ ਦੀ ਚੀਜ਼ਾਂ ਦੀ ਕਿੱਲਤ ਹੋ ਗਈ, ਕਿਉਂਕਿ ਕੀਮਤਾਂ 600 ਰੁਪਏ ਕਿਲੋ ਨੂੰ ਦਾਲ ਹੋ ਗਈ। ਜੇ 600 ਰੁਪਏ ਦਾਲ ਹੋਏਗੀ ਤਾਂ ਆਮ ਆਦਮੀ ਖਾ ਕਿੰਨਾ ਸਕਦਾ। ਠੀਕ ਹੈ, ਫਾਲਟੀ ਇਕਨੋਮਿਕ ਲਿਬਰਲਾਈਜੇਸ਼ਨ। ਹਾਂ, 1991 ਦਾ ਆਪਾਂ ਸੁਣ ਰਹੇ ਹਾਂ। ਬਿਲਕੁਲ ਜੀ, ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਤੇ ਆਗੇ ਪ੍ਰਾਈਵੇਟਾਈਜੇਸ਼ਨ ਵਧਾਇਆ ਜਾ ਰਿਹਾ। ਮੈਂ ਉਹਨੂੰ LPG ਦਾ ਨਾਮ ਦੇਣਾ ਜੀ। ਹਾਂ, LPG, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। ਨੋ ਡਾਊਟ ਉਸ ਟਾਈਮ ਦੀ ਜਿਹੜੀ ਸਰਕਾਰ ਸੀ PV ਨਰਸਿਮਹਾ ਰਾਓ ਦੀ, ਔਰ ਫਾਈਨਾਂਸ ਮਿਨਿਸਟਰ ਸਾਡੇ ਸਰਦਾਰ ਮਨਮੋਹਨ ਸਿੰਘ ਸਨ, ਉਹਨਾਂ ਨੇ ਇਸ ਪਾਲਿਸੀ ਨੂੰ ਲਾਗੂ ਕਰਕੇ ਬਹੁਤ ਅੱਛੇ ਜਿਹੜੇ ਵਰਲਡ ਵਾਸਤੇ ਜਿਹੜਾ ਹੈਗਾ ਸਾਡੇ ਕੋਲ ਦਰਵਾਜ਼ੇ ਤਾਂ ਖੋਲੇ।
ਲੇਕਿਨ ਹੌਲੀ ਹੌਲੀ ਆਂਦੇ ਕਈ ਸਰਕਾਰਾਂ ਦੁਆਰਾ ਉਹ ਚੀਜ਼ ਜਿਹੜੀ ਹੈ ਉਹ ਸਹੀ ਤਰੀਕੇ ਲਾਗੂ ਕਰਨ ਦੇ ਵਿੱਚੋਂ ਨਾਕਾਮ ਜਾਂ ਰਹੇ, ਔਰ ਲਿਬਰਲਾਈਜੇਸ਼ਨ ਦੇ ਜਿਹੜੇ ਫਾਲਟੀ ਸੀਗੇ ਕਈ ਐਸੀ ਉਹਨਾਂ ਦੀ ਪਾਲਿਸੀਜ਼, ਉਹ ਦੇਸ਼ ਨੂੰ ਗਰੀਬ ਕਰਨ ਵਿੱਚ ਹੋਰ ਜਿਹੜੀਆਂ ਕਾਰਨ ਬਣੇ। ਠੀਕ ਹੈ ਜੀ, ਹੁਣ ਆਪਾਂ ਨਵੇਂ ਪੁਆਇੰਟ ਤੇ ਆ ਜਾਈਏ। ਸ਼ਾਰਟੇਜ ਆਫ ਕੈਪੀਟਲ ਐਂਡ ਏਬਲ ਐਂਟਰਪ੍ਰੀਨਿਓਰ। ਸਾਡੇ ਦੇਸ਼ 'ਚ ਪੂੰਜੀ ਦੀ ਬਹੁਤ ਕਮੀ ਹੈ। ਅੱਛਾ, ਵੱਡੇ ਉਦਯੋਗ ਲਗਾਉਣ ਲਈ ਬਹੁਤ ਜ਼ਿਆਦਾ ਪੈਸਾ ਚਾਹੀਦਾ ਹੈ, ਜਿਹੜਾ ਕਿ ਸਾਡੇ ਜਿਹੜਾ ਕੰਟਰੀ ਜਿਹਨੂੰ ਅਸੀਂ ਡਿਵੈਲਪਿੰਗ ਕੰਟਰੀ ਕਹਿੰਦੇ ਹਾਂ ਇੰਡੀਆ ਨੂੰ, ਉਹਦੇ ਵਿੱਚ ਪੂੰਜੀ ਦੀ ਕਮੀ ਹੈ। ਔਰ ਇੱਕ ਏਬਲ ਐਂਟਰਪ੍ਰੀਨਿਓਰਸ਼ਿਪ, ਉਦਯੋਗਪਤੀ ਦੀ ਵੀ ਕਮੀ ਹੈ ਜਿਹੜਾ ਉਸ ਚੀਜ਼ ਨੂੰ ਕਰ ਸਕੇ। ਔਰ ਇਹ ਵੀ ਕਾਰਨ ਹੈ ਕਿ ਗਰੀਬੀ ਦਾ ਦੇਸ਼ 'ਚ ਵਧਣ। ਲੈਕ ਆਫ ਐਜੂਕੇਸ਼ਨ ਐਂਡ ਲਿਟਰੇਸੀ, ਇੱਕ ਪਹਿਲੇ ਵੀ ਗੱਲ ਐਂਟਰਪ੍ਰੀਨਿਓਰਸ਼ਿਪ ਉੱਤੇ ਆਪਾਂ ਥੋੜੀ ਜਿਹੀ ਹੋਰ ਗੱਲ ਕਰ ਲਈਏ ਕਿ ਹੁਣ ਵੇਖੋ ਸਰਕਾਰਾਂ ਨੇ ਕਿੰਨਾ ਜ਼ੋਰ ਦਿੱਤਾ, ਕੇਂਦਰ ਸਰਕਾਰ ਨੇ ਵੀ ਤੇ ਖਾਸ ਕਰਕੇ ਹੁਣ ਪੰਜਾਬ ਸਰਕਾਰ ਨੇ ਵੀ ਕਿਤੇ ਨਾ ਕਿਤੇ ਬੱਚਿਆਂ ਨੂੰ ਤੱਕ ਨੂੰ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਕਮਰਸ ਦੇ ਵਿਦਿਆਰਥੀ ਖਾਸ ਕਰ ਵਿੱਚ ਭਾਗ ਲੈ ਰਹੇ ਹੈਗੇ ਨੇ। ਹੁਣ ਤੇ ਚੱਲ ਰਿਹਾ ਹੈਗਾ ਤੇ ਪਾਇਲਟ ਪ੍ਰੋਜੈਕਟ, ਅਗਲੇ ਸਾਲ ਤੋਂ 1 ਅਪ੍ਰੈਲ ਤੋਂ ਆਪਾਂ ਵੇਖਾਂਗੇ ਕਿ ਐਂਟਰਪ੍ਰੀਨਿਓਰਸ਼ਿਪ ਸਾਰੇ ਸਕੂਲਾਂ ਦੇ ਬੱਚਿਆਂ ਤੱਕ ਪਹੁੰਚਾਈ ਜਾਏਗੀ ਕਿ ਹਰ ਇੱਕ ਬੱਚਾ ਇਹ 'ਚ ਭਾਗ ਲਵੇ। ਭਾਵੇਂ ਉਹਨਾਂ ਨੂੰ ਸਿਰਫ 2-2000 ਮਿਲੇਗਾ, ਮਗਰ ਉਹ ਕਰਨਾ ਕੀ ਚਾਹੁੰਦੀ ਹੈ ਸਰਕਾਰ ਕਿ ਇਹ ਭਾਵਨਾ ਕਿ ਮੈਂ ਜੌਬ ਲੈਣੀ ਨਹੀਂ ਹੈ, ਮੈਂ ਜੌਬ ਦੇਣੀ ਆ, ਮੈਂ ਇਸ ਤਰ੍ਹਾਂ ਦਾ ਕੋਈ ਵਪਾਰਿਕ ਅਦਾਰਾ ਬਣਾਉਣਾ ਹੈਗਾ ਆ ਕਿ ਮੈਂ ਲੋਕਾਂ ਦੀ ਮਦਦ ਕਰ ਸਕਾਂ। ਤੇ ਇਹ ਹੁਣ ਵਾਧਾ ਮੈਨੂੰ ਲੱਗਦਾ ਹੋ ਰਿਹਾ ਹੈ, ਕੋਸ਼ਿਸ਼ ਇਹਦੇ ਉੱਤੇ ਚੱਲ ਰਹੀ ਹੈ। ਨਹੀਂ ਬਿਲਕੁਲ ਜੀ, ਸਰਕਾਰਾਂ ਦੀ ਹੁਣ ਕੋਸ਼ਿਸ਼ ਹੈ ਕਿ ਜਿਹੜੇ ਵਿਦਿਆਰਥੀ ਨੌਜਵਾਨ ਹੈ ਉਹਨਾਂ ਦੇ ਮਨ 'ਚ ਇਸ ਤਰੀਕੇ ਦੀ ਭਾਵਨਾ ਇਨਕਲਕੇਟ ਕੀਤੀ ਜਾਏ ਕਿ ਉਹ ਸਰਕਾਰ ਕੋਲੋਂ ਨੌਕਰੀ ਮੰਗਣ ਦੀ ਬਜਾਏ ਆਪਣੇ ਕੰਮ ਜਿਹੜੇ ਆ ਉਹਨਾਂ ਨੂੰ, ਨਵੇਂ ਐਂਟਰਪ੍ਰਾਈਜ਼ ਜਿਹੜੇ ਸ਼ੁਰੂ ਕਰਨ ਦੇ ਵਿੱਚ ਜ਼ਿਆਦਾ ਧਿਆਨ ਦੇਣ, ਨਵੀਆਂ ਇਨੋਵੇਸ਼ਨ, ਨਵੇਂ ਸਟਾਰਟਅਪਸ ਜਿਹੜੇ ਨੇ ਉਹ ਹੋ ਜਾਣ। ਔਰ ਇੱਥੇ ਦੇਖੋ ਲੈਕ ਆਫ ਸਕਿਲਡ ਲੇਬਰ ਵੀ ਸਾਡੇ ਦੇਸ਼ 'ਚ ਬਹੁਤ ਘੱਟ ਹੈ, ਜਿਹਦੀ ਜ਼ਰੂਰਤ ਹੈ ਵੱਡੇ ਵੱਡੇ ਫੈਕਟਰੀਆਂ 'ਚ। ਮੈਂ ਕਿਤੇ ਡਾਟਾ ਪੜ੍ਹਿਆ ਸੀ, ਕਹਿੰਦੇ ਕਿ ਇੰਡਸਟਰੀ ਕਹਿੰਦੀ ਹੈ ਕਿ ਜਿੰਨੇ ਤੁਸੀਂ ਐਜੂਕੇਸ਼ਨ ਯੂਥ ਲਿਆਂਦੇ ਹੋ ਉਹ 'ਚ 95% ਸਾਡੇ ਇੱਥੇ ਬੇਕਾਰ ਨੇ। ਅੱਛਾ, ਕਿ ਉਹ ਸਾਡੇ ਲੈਵਲ ਦੇ ਨਹੀਂ, ਜਿਨ੍ਹਾਂ ਦੀ ਜ਼ਰੂਰਤ ਉਹ ਨਹੀਂ ਹਨ। ਬਿਲਕੁਲ ਸਕਿਲਡ ਚਾਹੀਦੀ ਹੈ, ਯਾਨੀ ਕਿ ਵੋਕੇਸ਼ਨਲਾਈਜੇਸ਼ਨ ਆਫ ਐਜੂਕੇਸ਼ਨ ਦੀ ਗੱਲ ਹੈ। ਐਜੂਕੇਸ਼ਨ, ਲਿਟਰੇਸੀ, ਸਕਿਲਡ, ਆ ਤਿੰਨੇ ਚੀਜ਼ਾਂ ਦੀ ਵਧਾਉਣ ਤੇ ਕਿਤੇ ਨਾ ਕਿਤੇ ਬਿਲਕੁਲ ਤੇ ਉਹ ਚੀਜ਼ ਦਾ ਸਾਨੂੰ ਸੋਚਣਾ ਪਏਗਾ। ਬਿਲਕੁਲ ਠੀਕ ਹੈ ਜੀ, ਠੀਕ। ਇਸ ਤਰੀਕੇ ਦੇ ਨਾਲ ਆਊਟਡੇਟਡ ਸੋਸ਼ਲ ਕਸਟਮ ਜਿਹੜੇ ਨੇ ਸਾਡੇ ਕੋਲ ਜੀ, ਇਹ ਇੱਕ ਬੜਾ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਪੁਰਾਣੇ ਸਾਡੇ ਰੀਤੀ ਰਿਵਾਜ ਨੇ ਉਹ ਵੀ ਸਾਨੂੰ ਜਿਹੜਾ ਕਈ ਵਾਰੀ ਜੀ ਇਸ ਚੀਜ਼ ਕਰਨ ਦੇ ਵਿੱਚ ਰੋਕਦੇ ਨੇ ਸਾਨੂੰ, ਜਿਹੜਾ ਹੈਗਾ ਕਿ ਅਸੀਂ ਅੱਗੇ ਨਾ ਵੱਧ ਸਕੀਏ। ਮੰਨ ਲਓ ਕੋਈ ਕੰਮ ਮਿਲਿਆ, ਕਹਿੰਦੇ ਨਹੀਂ ਜੀ ਨਹੀਂ, ਅਸੀਂ ਤਾਂ ਜਾਤ ਦੇ ਆ, ਅਸੀਂ ਇਹ ਕੰਮ ਨਹੀਂ ਕਰ ਸਕਦੇ, ਤੇ ਨੀਵੀਂ ਜਾਤ ਦੇ ਲੋਕ ਕਰਦੇ। ਇਹ ਵੀ ਇੱਕ ਕਾਰਨ ਹੈ ਗਰੀਬੀ ਦਾ। ਕਰਪਸ਼ਨ, ਹਾਂਜੀ, ਕਰਪਸ਼ਨ ਜਿਹੜਾ ਇਹ ਵੀ ਇੱਕ ਬਹੁਤ ਇੰਪੋਰਟੈਂਟ ਰੀਜ਼ਨ ਹੈ ਦੇਸ਼ ਦੇ ਵਿੱਚ, ਜਿਹੜੇ ਕਰਪਸ਼ਨ ਕਰਕੇ ਜਿਹੜਾ ਪੂਰੀ ਸਰਕਾਰੀ ਸਕੀਮਾਂ ਦਾ ਲਾਭ ਜਿਹੜਾ ਹੈ ਉਹ ਹੇਠਾਂ ਤੱਕ ਨਹੀਂ ਪਹੁੰਚ ਪਾਉਂਦਾ, ਜਿਸ ਕਰਕੇ ਦੇਸ਼ ਦੀ ਗਰੀਬੀ ਜਿਹੜੀ ਹੈ ਉਹਦੇ ਲੈਕ ਆਫ ਇੰਡੀਵਿਜੂਅਲ ਐਫਰਟ ਜਿਹੜੇ ਨੇ ਉਹ ਵੀ ਬਹੁਤ ਘੱਟ ਨੇ। ਔਰ ਲਾਸਟ ਕਹੀਏ ਤੇ ਪੋਲੀਟੀਕਲ ਫੈਕਟਰ। ਇਹ ਮੈਂ ਨਾ ਕੱਲ ਕਿਨਾ ਆ ਬੜਾ ਵਧੀਆ ਰੇਡੀਓ ਤੇ ਆ ਰਿਹਾ ਹੈਗਾ ਸੀ ਕਿ ਰੇਡੀਓ ਤੇ ਜਦੋਂ ਮੈਂ ਵੇਖ ਰਿਹਾ ਹੈਗਾ ਸੀ, ਉੱਥੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸਾਡਾ ਕਰਤੱਵ ਹੁੰਦੇ ਆ ਨਾ, ਉਹਨਾਂ ਚੋਂ ਆਰਟੀਕਲ 10 ਵਿੱਚ ਉਹ ਦੱਸ ਰਿਹਾ ਹੈਗਾ ਆ ਕਿ ਹਰ ਇੰਡੀਵਿਜੂਅਲ ਨੂੰ ਕੋਸ਼ਿਸ਼ ਕੀ ਕਰਨੀ ਚਾਹੀਦੀ ਹੈਗੀ ਆ ਕਿ ਉਹ ਆਪਣਾ ਮੈਕਸਿਮਮ ਐਫਰਟ ਦੇਵੇ ਤਾਂ ਕਿ ਦੇਸ਼ ਦਾ ਤੇ ਉਹਦਾ ਨਿੱਜੀ ਰੂਪ ਤੇ ਵਿਕਾਸ ਹੋ ਸਕੇ। ਇਹ ਆਰਟੀਕਲ ਵਿੱਚ ਲਿਖਿਆ ਗਿਆ। ਦੇਖੋ ਸੰਵਿਧਾਨ ਬਣਾਉਣ ਵਾਲਿਆਂ ਨੇ ਅੱਜ ਤੋਂ 75 ਸਾਲ ਪਹਿਲਾਂ ਹੀ ਇਹ ਸੋਚ ਲਿਆ ਸੀ ਕਿ ਕੀ ਨਾਮ ਜਦੋਂ ਆਪਾਂ ਇਹਨੂੰ ਲਾਗੂ ਕਰਨਾ, ਸੰਵਿਧਾਨ ਸਾਡਾ ਹੋ ਜਾਏਗਾ ਤਿਆਰ, ਤੇ ਉਹਦੇ 'ਚ ਆ ਗੁਣ ਹੋਣੇ ਚਾਹੀਦੇ ਹੈਗੇ ਨੇ। ਆ ਮੈਨੂੰ ਲੱਗਦਾ ਕਮੀ ਕਿਤੇ ਨਾ ਕਿਤੇ ਵੇਖੋ ਅੱਜ ਵੀ ਅਸੀਂ ਫੇਸ ਕਰ ਰਹੇ ਹੈਗੇ ਆ ਕਿ ਅਗਰ ਹਰ ਇੱਕ ਇੰਡੀਵਿਜੂਅਲ, ਮੰਨ ਲਓ ਮੈਂ ਸੋਚਦਾ ਹਾਂ ਕਿ ਐਜ਼ ਅਧਿਆਪਕ ਅਗਰ ਮੈਂ ਸਕੂਲ 'ਚ ਜਾ ਕੇ ਆਪਣਾ 100% ਦੇ ਦੇਵਾਂ, ਹੁਣ ਅੱਜ ਛੁੱਟੀ ਹੈਗੀ ਸੀ ਤਾਂ ਆਪਾਂ ਸੋਚਿਆ ਕਿ ਚਲੋ ਅੱਜ ਵੀ ਆਪਾਂ ਇੱਕ ਲੈਸਨ ਤਿਆਰ ਕਰਕੇ ਬੱਚਿਆਂ ਤੱਕ ਪਹੁੰਚਾਈਏ ਤਾਂ ਕਿ 100% ਰਿਜ਼ਲਟ ਆ ਸਕੇ। ਉਹ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈਗਾ ਆ ਲੈਕ ਆਫ ਇੰਡੀਵਿਜੂਅਲ ਐਫਰਟ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ 100% ਅਗਰ ਆਪਾਂ ਦੇਣ 'ਚ ਕਾਮਯਾਬ ਹੋ ਜਾਈਏ ਤੇ ਕਿਤੇ ਨਾ ਕਿਤੇ ਬਹੁਤ ਬੜਾ ਬੈਨੀਫਿਟ ਹੋ ਜਾਏਗਾ। ਇਹੋ ਚੀਜ਼ ਬੱਚਿਆਂ ਤੇ ਆ। ਬੱਚਾ ਕਈ ਵਾਰ ਆਪਾਂ ਇੱਕ ਟੌਪਿਕ ਕਰਾਉਣਾ ਹੁੰਦਾ, ਮੈਂ ਅੰਡਰ ਅਚੀਵਰ। ਅੰਡਰ ਅਚੀਵਰ ਦਾ ਮਤਲਬ ਇਹ ਹੁੰਦਾ ਆ ਕਿ ਜ਼ਰੂਰੀ ਨਹੀਂ ਕਿ ਜਿਹੜਾ ਫੇਲ ਹੋ ਗਿਆ ਉਹ ਅੰਡਰ ਅਚੀਵਰ ਆ। ਜਿਹੜਾ ਬੱਚਾ 90% ਤੇ ਆ, ਅਗਰ ਉਹ 99 ਲੈ ਸਕਦਾ ਸੀ ਤੇ ਫਿਰ ਉਹ ਅੰਡਰ ਅਚੀਵਰ ਹੀ ਹੈਗਾ ਨਾ ਜੀ। 9% ਉਹਦੇ ਅਜੇ ਵੀ ਅੰਡਰ ਅਚੀਵ ਚੱਲਦਾ ਹੈ। ਐਜ਼ ਅਧਿਆਪਕ ਮੇਰੀ ਵੀ ਡਿਊਟੀ ਬਣਦੀ ਹੈ, ਐਜ਼ ਅ ਸਮਾਜ, ਐਜ਼ ਅ ਪੇਰੈਂਟ ਮੇਰੀ ਡਿਊਟੀ ਬਣਦੀ ਹੈਗੀ ਕਿ ਉਸ ਬੱਚੇ ਦਾ ਵਿਕਾਸ ਕਿਸ ਤਰ੍ਹਾਂ ਹੋ ਸਕੇ ਜੀ। ਹੁਣ ਆਪਾਂ ਆਈਏ 15ਵੇਂ ਪੁਆਇੰਟ ਤੇ, ਪੋਲੀਟੀਕਲ ਫੈਕਟਰ। ਰਾਜਨੀਤਿਕ ਜਿਹੜੇ ਕਾਰਨ ਨੇ ਇਹ ਬਹੁਤ ਇੰਪੋਰਟੈਂਟ ਨੇ। ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਵਿੱਚ ਪੋਲੀਟੀਕਲ ਪਾਰਟੀ, ਰਾਜਨੀਤਿਕ ਪਾਰਟੀ ਦੀ ਜਿਹੜੀ ਵਿਲ ਹੀ ਨਹੀਂ ਹੈ, ਪੋਲੀਟੀਕਲ ਵਿਲ ਹੀ ਨਹੀਂ ਹੈ ਕਿ ਸਾਡੇ ਦੇਸ਼ ਦੇ ਲੋਕਾਂ ਦਾ ਜਿਹੜਾ ਉਹ ਵਿਕਾਸ ਹੋ ਸਕੇ, ਲੋਕ ਅਮੀਰ ਹੋ ਸਕਣ। ਉਹ ਉਹਨਾਂ ਨੂੰ ਗਰੀਬ ਹੀ ਰੱਖਣਾ ਚਾਹੁੰਦੇ ਨੇ, ਯਾਨੀ ਕਿ ਉਹ ਉਹਨਾਂ ਨੂੰ ਆਪਣੇ ਉੱਤੇ ਨਿਰਭਰ ਰੱਖਣਾ ਚਾਹੁੰਦੇ ਨੇ ਕਿ ਉਹ ਉਹਨਾਂ ਤੇ ਨਿਰਭਰ ਰਹਿਣ। ਔਰ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਸਾਡੇ ਦੇ ਗਰੀਬੀ ਦਾ।
ਜੀ ਇਹ ਪਰ ਮੈਨੂੰ ਲੱਗਦਾ ਕਾਫੀ ਹੱਦ ਤੱਕ ਸੁਧਾਰ ਹੋ ਰਿਹਾ ਹੈਗਾ ਆ ਤੇ ਅਗਰ ਸਾਰੇ ਇੰਡੀਵਿਜੂਅਲ ਤੇ ਪੋਲੀਟੀਕਲ ਫੈਕਟਰ ਹਟ ਜਾਣਗੇ ਸਾਰੇ ਪੋਜ਼ਿਟਿਵ ਵੱਲ ਤੁਰ ਪਾਂਗੇ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਕਿਉਂਕਿ ਇਹ ਸਾਰੇ ਜਿਹੜੇ ਮਿਲੇ ਜੁਲੇ ਕਾਰਨ ਹੈਗੇ ਸੀ ਇਹਦੇ ਕਰਕੇ ਹੀ ਕੋਈ ਦੇਸ਼ ਅਮੀਰ ਜਾਂ ਗਰੀਬ ਹੋ ਜਾਂਦਾ ਹੈਗਾ ਹੈ ਅਗਰ ਅਸੀਂ ਸਾਰੇ ਇਹਨਾਂ ਕਾਰਨਾਂ ਤੇ ਕਿਤੇ ਨਾ ਕਿਤੇ ਵਿਜੇ ਪ੍ਰਾਪਤ ਕਰ ਸਕੇ ਤੇ ਮੈਨੂੰ ਨਹੀਂ ਲੱਗਦਾ ਕਿ ਸਾਡਾ ਦੇਸ਼ ਗਰੀਬ ਰਹਿ ਜਾਏਗਾ ਕਿਉਂਕਿ ਮੈਂ ਸੋਚਦਾ ਹੁੰਦਾ ਕਿ ਆਉਣ ਵਾਲਾ ਟਾਈਮ ਜਿਹੜਾ ਅਗਲੇ 10 ਤੋਂ 15 ਸਾਲ ਹੈਗੇ ਨੇ ਉਹ ਸਾਡੇ ਦੇਸ਼ ਦੇ ਹੈਗੇ ਨੇ ਕਿਤੇ ਨਾ ਕਿਤੇ ਅਸੀਂ 5 ਟ੍ਰਿਲੀਅਨ ਤੱਕ ਵੀ ਜਾਣਾ ਹੈਗਾ ਆ ਤੇ ਕਿਤੇ ਨਾ ਕਿਤੇ ਸਾਡਾ ਦੇਸ਼ ਜਿਹੜਾ ਹੈ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਵੱਲ ਵੀ ਜਾਣਾ ਹੈਗਾ ਹੁਣ ਇਕਨੋਮਿਕ ਗਰੋਥ ਵੇਖੋ ਜਿੱਥੇ ਬਾਕੀ ਸਾਰੇ ਦੇਸ਼ਾਂ ਦੀ ਬਹੁਤ ਘੱਟ ਚੱਲ ਰਹੀ ਹੈਗੀ ਆ ਅਸੀਂ ਕਿਤੇ ਨਾ ਕਿਤੇ ਫਿਰ ਵੀ ਸਸਟੇਨ ਕਰ ਰਹੇ ਹੈਗੇ ਅੱਜ ਵੀ ਦੇਖੋ ਅੱਜ ਵੀ ਸਾਡਾ ਜਿਹੜਾ ਐਸਟੀਮੇਟ ਹੈ ਉਹ 6% ਜੀਡੀਪੀ ਦਾ ਜਿਹੜਾ ਗਰੋਥ ਹੈਗਾ ਚਾਹੇ ਅੱਜ ਵਰਲਡ ਬੈਂਕ ਨੇ ਅੱਜ ਦੀ ਹੀ ਖਬਰ ਸੀ ਕਿ ਉਹਨੇ 0.2 ਘਟਾਇਆ ਹੈ 5.8 ਕੀਤਾ ਹੈ ਲੇਕਿਨ ਫਿਰ ਵੀ ਹੁਣ ਦੇਖੋ ਹੁਣ ਦੂਸਰਾ ਕੁਐਸਚਨ ਆ ਗਿਆ ਭਾਰਤ ਵਿੱਚ ਗਰੀਬੀ ਨੂੰ ਖਤਮ ਕਰਨ ਦੇ ਕੀ ਤਰੀਕੇ ਅਪਣਾਏ ਜਾਣੇ ਚਾਹੀਦੇ ਹਨ एग्जाम ਦੇ ਵਿੱਚ ਬੜਾ ਇੰਪੋਰਟੈਂਟ ਕੁਐਸਚਨ ਹੈ ਤੁਸੀਂ ਦੇਖ ਸਮਝਦੇ ਹੋ ਇਹ ਆ ਸਕਦਾ ਹੈ ਜੀ ਆਪਾਂ ਨੋਟ ਕਰ ਲਈਏ ਹਾਂ ਜੇ ਅਸੀਂ ਜੋ ਪਿੱਛੇ ਪੜੇ ਕਾਰਨ ਉਹਨਾਂ ਦੇ ਉਲਟ ਚੱਲੀਏ ਤੇ ਉਹ ਆ ਗਏ ਸਾਡੇ ਕੋਲ ਰਿਮੂਵ ਮੈਜ਼ਰ ਆ ਗਏ ਰਿਮੂਵ ਕਰਨ ਮੈਨੂੰ ਸਮਝ ਆ ਰਿਹਾ ਜੀ ਜਿਸ ਤਰ੍ਹਾਂ ਪੋਪੂਲੇਸ਼ਨ ਨੂੰ ਕੰਟਰੋਲ ਕਰ ਲਈਏ ਤਾਂ ਪੁਆਇੰਟ ਸੀ ਉੱਥੇ ਸੀਗਾ ਪਾਪੂਲੇਸ਼ਨ ਨਾਲ ਰਿਲੇਟਡ ਸੀਗਾ ਇਹੀ ਪਾਪੂਲੇਸ਼ਨ ਕੰਟਰੋਲ ਕਰ ਲਈ ਗਰੀਬੀ ਘਟਾਈ ਜਾ ਸਕਦੀ ਹੈ ਮੋਰ ਇਨਕਲੂਸਿਵ ਗਰੋਥ ਕਰੀਏ ਵਿਕਾਸ ਕਰੀਏ ਇਨਕਰੀਜ਼ ਇਨ ਇੰਪਲੋਇਮੈਂਟ ਅਪੋਰਚੁਨਿਟੀਜ਼ ਜਿਹੜੀਆਂ ਦੇਸ਼ ਦੇ ਵਿੱਚ ਵਧਾਈਏ ਇਕੁਅਲ ਡਿਸਟ੍ਰੀਬਿਊਸ਼ਨ ਆਫ ਇਨਕਮ ਦੇਸ਼ ਦੇ ਵਿੱਚ ਸਮਾਨ ਇਨਕਮ ਹੋਵੇ ਦੇਸ਼ ਦੇ ਵਿੱਚ ਐਸੀ ਤਰੀਕੇ ਰੀਜਨਲ ਪਾਵਰਟੀ ਜਿਹੜਾ ਖੇਤਰੀ ਗਰੀਬੀ ਹੈ ਉਹਨੂੰ ਖਤਮ ਕੀਤਾ ਜਾਏ ਡਾਇਗਰਾਮ ਵੇਖਿਆ ਸੀ ਨਾ ਕਿ ਕਿਤੇ ਬਹੁਤ ਜ਼ਿਆਦਾ ਵੀ ਹੋ ਰਹੀ ਕਿਥੇ ਘੱਟ ਬਿਲਕੁਲ ਸਹੀ ਗੱਲ ਹੈ ਤੁਹਾਡੀ ਪ੍ਰੋਬਲਮ ਆਫ ਡਿਸਟ੍ਰੀਬਿਊਸ਼ਨ ਜਿਹੜੀ ਹੈ ਰਿਸੋਰਸਿਸ ਦੀ ਉਹਨੂੰ ਸਹੀ ਤਰੀਕੇ ਕੀਤਾ ਜਾਵੇ ਫੁਲਫਿਲਮੈਂਟ ਆਫ ਮਿਨੀਮਮ ਨੀਡ ਆਫ ਪੂਅਰ ਜਿਹੜੇ ਗਰੀਬ ਦੀ ਬੇਸਿਕ ਨੀਡ ਨੇ ਰੋਟੀ ਕੱਪੜਾ ਔਰ ਮਕਾਨ ਜਿਹੜੇ ਸਿਹਤ ਔਰ ਉਹਨੂੰ ਜ਼ਰੂਰਤ ਨੂੰ ਪੂਰਾ ਕਰਨਾ ਸਰਕਾਰ ਦਾ ਇੱਕ ਮੇਜਰ ਕੰਮ ਹੋਣਾ ਚਾਹੀਦਾ ਹੈ ਇਨਕਰੀਜ਼ ਇਨ ਪ੍ਰੋਡਕਟਿਵਿਟੀ ਆਫ ਪੂਅਰਸ ਚੇਂਜ ਇਨ ਦਾ ਪ੍ਰੋਡਕਸ਼ਨ ਟੈਕਨੀਕ ਪ੍ਰੋਡਕਸ਼ਨ ਟੈਕਨੀਕ ਤੇ ਮੈਂ ਦੱਸਣਾ ਚਾਹਾਂਗਾ ਇੱਥੇ ਸਾਡੇ ਕੋਲ ਕੈਪੀਟਲ ਇੰਟੈਂਸਿਵ ਜਾਂ ਲੇਬਰ ਇੰਟੈਂਸਿਵ ਟੈਕਨੀਕ ਦੀ ਲੋੜ ਹੈ ਨਾ ਕਿ ਮਸ਼ੀਨਾਂ ਦੀ ਇੱਕ ਮਸ਼ੀਨ ਜਿਹੜੀ ਹੈ ਕਈ ਵਾਰੀ 10 ਮਜ਼ਦੂਰਾਂ ਦਾ ਕੰਮ ਕਰ ਰਹੀ ਹੈ ਪਰ ਤੁਸੀਂ ਇਹ ਦੇਖੋ ਜੇ 10 ਮਜ਼ਦੂਰ ਲੱਗੇ ਹੋਣਗੇ ਤਾਂ 10 ਨੂੰ ਰੋਜ਼ਗਾਰ ਮਿਲੇਗਾ ਜੇ ਤੁਸੀਂ ਮਸ਼ੀਨ ਤੇ ਸਾਰਾ ਨਿਰਭਰ ਹੋ ਗਏ ਤੇ ਫਿਰ ਨੋ ਡਾਊਟ ਉਹਨਾਂ ਨੂੰ ਰੋਜ਼ਗਾਰ ਤਾਂ ਕੱਟੇਗਾ ਤੇ ਗਰੀਬੀ ਵਧੇਗੀ ਠੀਕ ਹੈ ਸਟੇਬਿਲਿਟੀ ਇਨ ਦਾ ਪ੍ਰਾਈਸ ਲੈਵਲ ਤੇ ਵੀ ਸਟੇਬਿਲਿਟੀ ਦੀ ਲੋੜ ਹੈ ਉਹਦਾ ਕਾਰਨ ਇਹ ਹੈ ਕਿ ਜੇ ਕੀਮਤਾਂ ਹਰ ਰੋਜ਼ ਵਧਦੀਆਂ ਰਹਿਣਗੀਆਂ ਤੇ ਨੋ ਡਾਊਟ ਗਰੀਬ ਦੇ ਹੱਥ 'ਚ ਸਭ ਚੀਜ਼ਾਂ ਬਾਹਰ ਹੋ ਜਾਣਗੀਆਂ ਉਹਦੇ ਇਸੇ ਤਰੀਕੇ ਨਾਲ ਡਿਵੈਲਪਮੈਂਟ ਆਫ ਐਗਰੀਕਲਚਰ ਦੀ ਜ਼ਰੂਰਤ ਹੈ ਦੇਸ਼ ਵਿੱਚ ਐਗਰੀਕਲਚਰ ਜਿਹੜਾ ਇਨਫਰਾਸਟ੍ਰਕਚਰ ਦਾ ਵਿਕਾਸ ਐਗਰੀਕਲਚਰ ਦੇ ਵਿਕਾਸ ਤੇ ਹੋਰ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਕਿ ਗਰੀਬੀ ਖਤਮ ਕੀਤੀ ਜਾ ਸਕਦੀ ਹੈ ਔਰ ਬੜੇ ਸਿੰਪਲ ਜੋ ਅਸੀਂ ਪਿੱਛੇ ਐਕਸਪਲੇਨ ਕੀਤਾ ਉਸ ਦੇ ਉਲਟ ਹੀ ਇਹ ਪੁਆਇੰਟ ਨੇ ਰਿਮੂਵ ਪਾਵਰਟੀ ਦੇ ਦੇਖੋ 2 6 ਨੰਬਰ ਵਾਲੇ ਕੁਐਸਚਨ ਤਿਆਰ ਹੁੰਦੇ ਨੇ ਅਗਰ ਸਮਝ ਕੇ ਕਰੀਏ ਤੇ ਬਿਲਕੁਲ ਅੱਗੇ ਕਰਾਂਗੇ ਤਾਂ ਅਸੀਂ ਆਖਾਂਗੇ ਮੈਂ ਤਾਂ ਇੱਕ ਕੁਐਸਚਨ ਪੜਿਆ ਜੀ ਦੂਸਰਾ ਪੜਿਆ ਨਹੀਂ ਹੈਗਾ ਪਰ ਅਗਰ ਆਪਾਂ ਸਮਝ ਰਹੇ ਹਾਂ ਅੱਜ ਤੁਹਾਡਾ ਲੈਸਨ ਅੱਜ ਕਿਸੇ ਨੇ ਸੁਣ ਲਿਆ ਤੇ ਮੈਨੂੰ ਲੱਗਦਾ ਕਿ ਉਹ 6 ਨੰਬਰ ਤੋਂ ਵਾਂਝਾ ਰਹਿ ਜਾਏਗਾ ਭਾਵੇਂ ਕੁਐਸਚਨ ਕਿਸੇ ਰੂਪ 'ਚ ਵੀ ਆ ਜਾਵੇ ਠੀਕ ਹੈ ਜੀ ਹੁਣ ਸਰਕਾਰ ਨੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਸਕੀਮਾਂ ਚਲਾਈਆਂ ਹੁੰਦੀਆਂ ਨੇ ਆਪਾਂ ਜਦੋਂ ਵੀ ਸੁਣਦੇ ਹੈਗੇ ਆ ਪਰ ਮੈਂ ਸੋਚਦਾ ਹੁੰਦਾ ਕਿ ਬੱਚਿਆਂ ਨੂੰ ਆ ਵੀ ਕਈ ਵਾਰ ਨਾ ਵਰਡ ਸੁਣ ਲੈਂਦੇ ਨੇ ਪਰ ਸਮਝ ਨਹੀਂ ਆਉਂਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਨਾ ਹੀ ਉਹਦਾ ਲਾਹਾ ਲੈ ਪਾਉਂਦੇ ਹੈਗੇ ਨੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਦੇਖੋ ਸਰਕਾਰ ਦੁਆਰਾ ਸਮੇਂ-ਸਮੇਂ ਤੇ ਜਦੋਂ ਦਾ ਸਾਡਾ ਦੇਸ਼ ਆਜ਼ਾਦ ਹੋਇਆ ਹੈ ਉਸ ਸਮੇਂ ਦੀ ਸਰਕਾਰ ਦੇ ਵਿਜ਼ਨ ਨੇ ਬਹੁਤ ਸਾਰੀਆਂ ਐਸੀਆਂ ਸਕੀਮਾਂ ਚਲਾਈਆਂ ਜਿਹੜੀਆਂ ਕਈ ਅੱਜ ਵੀ ਚੱਲ ਰਹੀਆਂ ਨੇ ਕਈ ਵਿੱਚ ਬੰਦ ਵੀ ਹੋ ਗਈਆਂ ਨੇ ਔਰ ਕਾਰਨ ਇੱਕ ਛੋਟਾ ਜਿਹਾ ਰਿਹਾ ਕਿ ਗਰਾਊਂਡ ਲੈਵਲ ਤੱਕ ਇਹਨਾਂ ਸਕੀਮਾਂ ਬਾਰੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਪਤਾ ਨਹੀਂ ਲੱਗ ਸਕਿਆ ਤਾਂ ਕਿ ਉਹਦਾ ਗਰੀਬੀ ਦੂਰ ਦੇ ਵਿੱਚ ਥੋੜੀ ਮੁਸ਼ਕਲ ਆਈ ਔਰ ਜਿਵੇਂ ਫਿਰ ਇਹ ਸਕੀਮਾਂ ਦੀ ਗੱਲ ਸ਼ੁਰੂ ਤੋਂ ਮੈਂ ਕਿਹਾ ਸੀ ਕਿ ਇਹ ਸਕੀਮਾਂ ਦਾ ਅਸੀਂ ਗੱਲ ਕਰਾਂਗੇ ਔਰ ਇਹ ਚ ਕੁਝ ਸਕੀਮ ਅਸੀਂ ਇੱਥੇ ਦਿੱਤੀਆਂ ਨੇ ਮੈਂ ਵਿਦਿਆਰਥੀਆਂ ਨੂੰ ਕਹਾਂਗਾ ਕਿ ਤੁਸੀਂ ਇਹ ਜਿਹੜੇ ਇਹਦੇ ਕੀਵਰਡ ਲੈ ਕੇ ਇਹਨਾਂ ਨੂੰ ਗੂਗਲ ਤੇ ਸਰਚ ਕਰਨਾ ਇਹਦੇ ਬਾਰੇ ਡਿਟੇਲ ਪਤਾ ਕਰਨਾ ਯਾਨੀ ਇਹਦੇ ਬਾਰੇ ਡਿਟੇਲ ਪਤਾ ਕਰਨਾ ਕਿ ਇਹ ਸਕੀਮ ਫॉर ਐਗਜ਼ਾਮਪਲ ਪਹਿਲੀ ਡਰਾਟ ਪ੍ਰੋਨ ਏਰੀਆ ਪ੍ਰੋਗਰਾਮ ਹੈ ਸੁੱਖੇ ਵਾਲੇ ਏਰੀਆ ਦੇ ਪ੍ਰੋਗਰਾਮ ਹੈ ਜਿਵੇਂ ਤਾਮਿਲਨਾਡੂ ਕੇਰਲਾ ਜਾਂ ਕਈ ਸਾਈਡਾਂ ਤੇ ਸੁੱਖਾ ਪੈਂਦਾ ਹੈ ਯਾਦ ਹੋਏਗਾ ਅੱਜ ਤੋਂ 2-3 ਸਾਲ ਪਹਿਲੇ ਜਿਹੜੇ ਤਾਮਿਲਨਾਡੂ ਦੇ ਕਿਸਾਨ ਕਰਨਾਟਕਾ ਦੇ ਕਿਸਾਨ ਜਿਹੜੇ ਨੇ ਦਿੱਲੀ ਦੇ ਵਿੱਚ ਧਰਨੇ ਤੇ ਬੈਠੇ ਸਨ ਕਿ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਬੰਗਾਲ 'ਚ ਬੜਾ ਜ਼ਿਆਦਾ ਸੁੱਖਾ ਪਿਆ ਸੀ ਸਰਕਾਰ ਦੁਆਰਾ 1973-74 ਦੇ ਵਿੱਚ ਇਹ ਪ੍ਰੋਗਰਾਮ DPAP ਚਲਾਇਆ ਗਿਆ ਡਰਾਟ ਪ੍ਰੋਨ ਏਰੀਆ ਪ੍ਰੋਗਰਾਮ ਐਸੀ ਜਿਹੜਾ ਡੈਜ਼ਰਟ
ਡਿਵੈਲਪਮੈਂਟ ਪ੍ਰੋਗਰਾਮ ਹੈ 77-78 ਚ ਚਲਾਇਆ ਗਿਆ। 3-4 ਸਾਲ ਬਾਅਦ ਫਿਰ ਹੋਰ ਜ਼ਰੂਰਤ ਪੈਦਾ ਹੋਈ ਹੋਗੀ ਕਿ ਡੈਜ਼ਰਟ ਵਾਸਤੇ ਵੱਖਰਾ ਕਰਾਉਣਾ ਪੈਣਾ ਨਾ ਪ੍ਰੋਗਰਾਮ। ਉਹਦੀ ਹਰ ਸਾਡਾ ਦੇਸ਼ ਬਹੁਤ ਵਿਸ਼ਾਲ ਜੀ, ਹਰ ਜਗ੍ਹਾ ਦੀ ਆਪਣੀ ਮੁਸ਼ਕਲਾਂ ਹਨ, ਆਪਣੀਆਂ ਖਾਸੀਅਤਾਂ ਹਨ, ਔਰ ਉਸ ਜਗ੍ਹਾ ਦੇ ਵਾਸਤੇ ਪਹਾੜੀ ਏਰੀਏ ਦੀ ਆਪਣੀ ਮੁਸ਼ਕਲਾਂ ਹਨ, ਉੱਥੇ ਵਾਸਤੇ ਅਲੱਗ ਤਰ੍ਹਾਂ ਦੇ ਪ੍ਰੋਗਰਾਮ, ਪਿੰਡਾਂ ਦੇ ਵਾਸਤੇ ਅਲੱਗ, ਸ਼ਹਿਰਾਂ ਵਾਸਤੇ ਅਲੱਗ ਨੇ। ਜਿਵੇਂ ਇੰਟੀਗ੍ਰੇਟਡ ਆਪਾਂ ਗੱਲ ਕੀਤੀ ਸੀ ਨਾ ਕਿ ਰੂਰਲ ਡਿਵੈਲਪਮੈਂਟ ਦੀ ਆਪਣੀ ਲੋੜ ਸੀ, ਨਹੀਂ ਤੇ ਸ਼ਹਿਰੀਕਰਨ ਵੱਧਦਾ ਜਾ ਰਿਹਾ ਹੈ, ਅਸੀਂ ਸਾਰੀ ਆਬਾਦੀ ਉਧਰ ਨੂੰ ਸ਼ਿਫਟ ਹੋਣਾ ਸ਼ੁਰੂ ਕਰ ਗਈ। ਬਿਲਕੁਲ, ਉਹਦੇ ਕੋਲ 1980 ਦੇ ਵੀ ਇੰਟੀਗ੍ਰੇਟਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ ਵੀ ਚਲਾਇਆ ਗਿਆ। ਨੈਸ਼ਨਲ ਸਕੀਮ ਫॉर ਟ੍ਰੇਨਿੰਗ ਫॉर ਰੂਰਲ ਯੂਥ ਐਂਡ ਸੈਲਫ ਇੰਪਲਾਇਮੈਂਟ ਟ੍ਰਾਈਸਮ ਚਲਾਈ ਗਈ। ਫਿਰ ਸਾਡੇ ਕੋਲ ਰੂਰਲ ਲੈਂਡਲੈਸ ਜਿਹੜੀ ਇੰਪਲਾਇਮੈਂਟ ਜਿਹੜੀ ਗਰੰਟੀ ਪ੍ਰੋਗਰਾਮ ਹੈ। ਇਸ ਤਰ੍ਹਾਂ ਬਹੁਤ ਵੱਡਾ ਨਾਮ ਇੱਕ ਮਨਰੇਗਾ ਦਾ ਆਂਦਾ, ਜਿਹਦੀ ਅਸੀਂ ਗੱਲ ਆਪ ਤੇ ਕੀਤੀ ਹੈ। 2005 ਐਕਟ ਦੇ ਨਾਲ ਮਨਰੇਗਾ ਦੀ ਜਿਹੜੇ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਐਕਟ ਜਿਹੜਾ ਹੈ ਇਹ ਪਾਰਲੀਮੈਂਟ ਨੇ ਪਾਸ ਕੀਤਾ, ਜਿਹਦੇ ਸਿਰ ਦੇ ਉੱਤੇ ਅੱਜ ਦੀ ਡੇਟ ਤੇ ਬਹੁਤ ਸਾਰੇ ਲੋਕਾਂ ਨੂੰ, ਕਰੋੜਾਂ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਜਿਹੜਾ ਉਹ ਮਿਲਿਆ ਹੈਗਾ। ਇਸੇ ਤਰੀਕੇ ਅੱਗੇ ਦੇਖੀਏ ਸਾਡੇ ਕੋਲ ਸਲਾਈਡ ਦੇ ਵਿੱਚ ਹੋਰ ਪ੍ਰੋਗਰਾਮਸ ਨੇ। ਇੰਦਰਾ ਆਵਾਸ ਯੋਜਨਾ ਹੈ, ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਹੈ, ਫੂਡ ਫॉर वर्क प्रोग्राम है, संपूर्ण ग्रामीण रोजगार योजना है, नेशनल फूड फॉर वर्क प्रोग्राम है, नेशनल रूरल लाइवलीहुड मिशन आजीविका है, प्रधानमंत्री कुशल विकास योजना, PMKY। ਅੱਜ ਵੀ ਦੇਖੋ ਜਿਹੜੇ ਤੁਸੀਂ ਕਈ ਸੈਂਟਰ ਸਾਡੇ ਸ਼ਹਿਰਾਂ 'ਚ ਖੁੱਲੇ ਨੇ, ਜਿਹੜੇ ਬੱਚਿਆਂ ਨੂੰ ਜਿਹੜੇ ਹੈ ਫ੍ਰੀ ਟ੍ਰੇਨਿੰਗ ਦਿੰਦੇ ਨੇ ਕਈ ਤਰ੍ਹਾਂ ਦੇ ਜਿਹੜੇ ਵੋਕੇਸ਼ਨਲ ਕੋਰਸਿਸ ਦੇ, ਈਵਨ ਕਿ ਉਹਨਾਂ ਨੂੰ ਵਜ਼ੀਫਾ ਵੀ ਦਿੰਦੇ ਨੇ, ਰਿਸੋਰਸਿਸ ਵੀ ਪ੍ਰੋਵਾਈਡ ਕਰਦੇ ਨੇ। ਇਹੋ ਜਿਹੇ ਸਾਡੇ ਪੰਜਾਬ ਦੇ ਵਿੱਚ ਕੀ ਸਭ ਜਗ੍ਹਾ ਦੇ ਉੱਤੇ ਦੇਸ਼ 'ਚ ਖੁੱਲੇ ਹੋਏ ਨੇ ਜੀ। ਮੁਦਰਾ ਯੋਜਨਾ ਵੀ ਅਸੀਂ ਵੇਖਿਆ ਕਿ ਮੁਦਰਾ ਯੋਜਨਾ ਦਾ ਵੀ ਕਾਫੀ ਨਾਂ ਆਇਆ ਹੈਗਾ ਸੀ। ਤੇ ਵੇਖੋ ਕਿੰਨੀਆਂ ਯੋਜਨਾਵਾਂ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹੈਗੀਆਂ ਨੇ। ਅਗਰ ਆਪਾਂ ਸਮਝਦਾਰ ਹੋਈਏ, ਅਗਰ ਅਸੀਂ ਐਜ਼ ਏ ਵਿਦਿਆਰਥੀ ਇਹਨਾਂ ਨੂੰ ਸਮਝੀਏ ਤੇ ਕਿਤੇ ਨਾ ਕਿਤੇ ਵਾਕਈ ਅਸੀਂ ਰੋਜ਼ਗਾਰ ਮੰਗਣ ਵਾਲੇ ਨਹੀਂ, ਰੋਜ਼ਗਾਰ ਦੇਣ ਵਾਲੇ ਵੀ ਬਣ ਸਕਦੇ ਹੈਗੇ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੈਗੇ ਨੇ। ਰਾਜਵਿੰਦਰ ਜੀ, ਤੁਸੀਂ ਹਰਦਮ ਆਉਂਦੇ ਜੇ, ਵਧੀਆ ਤੋਂ ਵਧੀਆ ਟੌਪਿਕ ਲੈ ਕੇ ਆਉਂਦੇ ਜੇ, ਤੇ ਕਿਤੇ ਨਾ ਕਿਤੇ 100% ਜਿਹੜਾ ਰਿਜ਼ਲਟ ਆਪਾਂ ਸੋਚਿਆ ਹੈਗਾ ਮਿਸ਼ਨ 100% ਉਹਦੇ 'ਚ ਆਪਾਂ ਮੈਨੂੰ ਲੱਗਦਾ ਹੁਣ ਅਸੀਂ ਕਾਮਯਾਬ ਜ਼ਰੂਰ ਹੋ ਜਾਣਾ ਹੈਗਾ ਆ। ਲਗਾਤਾਰ ਵੇਖੋ ਹੁਣ ਸਾਡੇ ਪ੍ਰੀ ਬੋਰਡ ਦੇ ਵੀ ਐਗਜ਼ਾਮ ਚੱਲ ਰਹੇ ਹੈਗੇ ਨੇ। ਅੱਜ ਛੁੱਟੀ ਦਾ ਦਿਹਾੜਾ ਸੀ ਤੇ ਤੁਸੀਂ ਇਹ ਸੋਚ ਕੇ ਕਿ ਚਲੋ ਅੱਜ ਆਪਾਂ ਵੀਡੀਓ ਰਿਕਾਰਡ ਕਰ ਲਈਏ ਤੇ ਕਿਤੇ ਨਾ ਕਿਤੇ ਬੱਚਿਆਂ ਲਈ ਲਾਹੇਵੰਦ ਰਹੇ। ਡੇਟ ਸ਼ੀਟ ਵੀ ਆ ਚੁੱਕੀ ਹੈਗੀ ਆ ਤੇ ਬੱਚਿਆਂ ਨੂੰ ਆਪਾਂ ਕਵਾਂਗੇ ਕਿ ਹੁਣ ਤਿਆਰੀਆਂ ਜ਼ੋਰਾਂ ਨਾਲ ਸ਼ੁਰੂ ਕੀਜੀਏ। ਰਾਜਵਿੰਦਰ ਜੀ, ਥੈਂਕ ਯੂ ਜੀ, ਥੈਂਕ ਯੂ ਸਰ। ਮੇਰੀ ਰਿਕੁਐਸਟ ਹੈ ਬੱਚਿਆਂ ਨੂੰ, ਬੇਟਾ ਇਹ ਸਲਾਈਡ ਨੂੰ ਧਿਆਨ ਦੇ ਨਾਲ 2-3 ਵਾਰੀ ਦੇਖੋ। ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ, ਮਿਸ਼ਨ 100% ਜਿਹੜਾ ਹੈ ਉਹ ਅਸੀਂ ਪੂਰਾ ਕਰਨਾ ਹੈ ਔਰ ਆਪਣੇ ਜਿਹੜੇ ਲਾਈਫ 'ਚ ਅੱਗੇ ਵਧਣਾ ਹੈ। ਇਹੀ ਸਮਾਂ ਹੈ, ਮਹੀਨਾ ਡੇਢ ਤੁਸੀਂ ਤਿਆਰੀ ਕਰ ਲਓਗੇ, ਚੰਗੇ ਮਾਰਕਸ ਲੈ ਲਓਗੇ, ਆਉਣ ਵਾਲੇ ਟਾਈਮ ਤੇ ਕੁਝ ਅੱਛੇ ਵੋਕੇਸ਼ਨ ਐਜੂਕੇਸ਼ਨ 'ਚ ਨਿਕਲ ਜਾਓਗੇ। ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ, ਇਸ ਵੀਡੀਓ ਨੂੰ ਤੁਸੀਂ ਜਦੋਂ ਵੀ ਕਦੇ ਛੁੱਟੀ ਹੈ ਆਪਣੇ ਬੱਚਿਆਂ ਨਾਲ ਗਰੁੱਪ 'ਚ ਸ਼ੇਅਰ ਕਰੋ। ਇਹਦਾ ਇੱਕ ਵਾਧਾ ਹੋਏਗਾ ਕਿ ਬੱਚੇ ਜ਼ਰੂਰੀ ਨਹੀਂ ਕਿ ਸਿਰਫ ਸਕੂਲ ਦੇ ਟਾਈਮ 'ਚ ਪੜ੍ਹ ਸਕਣ, ਔਰ ਅੱਜ ਭਾਵੇਂ ਰਾਤੀ 10 ਵਜੇ ਵਿਚਾਰਿਆਂ ਨੂੰ, ਕਿਉਂਕਿ ਸਾਡੇ ਕੋਲ ਮੈਕਸਿਮਮ ਗਿਣਤੀ ਬੱਚਿਆਂ ਦੀ ਇਹੋ ਜਿਹੀ ਆਉਂਦੀ ਜਿਹੜੇ ਸਕੂਲ ਵੀ ਆਉਂਦੇ ਨੇ, ਬਾਅਦ 'ਚ ਜਾ ਕੇ ਕੰਮ ਕਰਦੇ ਨੇ ਆਰਡਸ ਦੇ ਵਿੱਚ, ਜੌਬ ਤੇ ਹੁੰਦੇ ਨੇ। ਤੇ ਉਹਨਾਂ ਬੱਚਿਆਂ ਨੂੰ ਜਦੋਂ ਵੀ ਕਦੀ ਟਾਈਮ ਮਿਲੇਗਾ ਉਹ ਵੀਡੀਓ ਜਿਹੜਾ ਆਪਣਾ ਮੋਬਾਈਲ 'ਚ ਵੇਖ ਸਕਣਗੇ। ਕਾਫੀ ਚੀਜ਼ਾਂ ਇਹਨਾਂ ਨੂੰ ਇੱਥੋਂ ਕਲੀਅਰ ਹੋਣਗੀਆਂ। ਜੇ ਕੋਈ ਕਮੀ ਬਚਦੀ ਹੈ ਤੇ ਉਹ ਆਪਣੇ ਤੁਹਾਡੇ ਕੋਲ ਆ ਕੇ ਕਲਾਸ 'ਚ ਆ ਕੇ ਤੁਸੀਂ ਸਾਡੇ ਕੋਲ ਪੁੱਛ ਸਕਣਗੇ। ਔਰ ਇਹਦਾ ਵਾਧਾ ਹੋਏਗਾ ਕਿ ਜੋ ਪਹਿਲੇ ਦੇਖੀ ਹੋਏਗੀ ਵੀਡੀਓ ਤੇ ਤੁਸੀਂ ਕਰਾਓਗੇ, ਉਹਦਾ ਡਬਲ ਇੰਪੈਕਟ ਹੋ ਜਾਏਗਾ। ਉਹ ਹੋਰ ਵਧੀਆ ਤਰੀਕੇ ਨਾਲ ਟੌਪਿਕ ਨੂੰ ਕਰ ਸਕਣਗੇ। ਔਰ ਇਹਦੇ ਨਾਲ ਰਿਲੇਟਿਡ ਜਿਹੜੇ ਤੁਹਾਡੇ ਕੁਐਸਚਨ ਨੇ, ਬੜੇ ਸਿੰਪਲ ਕੁਐਸਚਨ ਨੇ। ਉਹ ਕੁਐਸਚਨ ਤੁਹਾਡੀ ਵਰਕਬੁੱਕ ਹੈ ਜਿਹੜੀ ਇਕਨੋਮਿਕਸ ਦੀ, ਜਿਹੜੀ ਲਾਸਟ ਈਅਰ ਆਈ ਸੀ, ਅਸੀਂ ਪਿੱਛੇ ਲੈਕਚਰ 'ਚ ਜ਼ਿਕਰ ਵੀ ਕੀਤਾ ਹੈ ਕਿਉਂਕਿ ਇਹ ਲੈਕਚਰ ਥੋੜਾ ਵੱਡਾ ਸੀਗਾ, ਇਸ ਕਰਕੇ ਅਸੀਂ ਇਹ ਕੁਐਸਚਨ ਐਡ ਨਹੀਂ ਕੀਤੇ। ਲੇਕਿਨ ਉਹ ਤੁਸੀਂ ਵਰਕਬੁੱਕ ਤੋਂ ਛੋਟੇ ਕੁਐਸਚਨ ਇੱਕ ਮਾਰਕਸ ਵਾਲੇ ਵੀ ਕਰ ਲੈਣਾ। ਔਰ ਮੈਂ ਗਾਰੰਟੀ ਕਹਿੰਦਾ ਕਿ ਇਸ ਟੌਪਿਕ 'ਚੋਂ ਤੁਹਾਡਾ ਕੁਐਸਚਨ ਪੇਪਰ 'ਚ ਆਏਗਾ ਹੀ ਆਏਗਾ। ਇਸ ਕਰਕੇ ਇਹਨੂੰ ਬਹੁਤ ਧਿਆਨ ਨਾਲ ਦੇਖੋ, ਤਿਆਰੀ ਕਰੋ। ਬੈਸਟ ਆਫ ਲੱਕ ਸਟੂਡੈਂਟ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ ਰਾਜਵਿੰਦਰ ਜੀ।